ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਆ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਤੁਸੀਂ ਸਾਰੇ ਨੇ ਵਧੀਆ ਤਰੀਕੇ ਨਾਲ ਇਨ ਲਾਈਫ ਨੂੰ ਇੰਜੋਏ ਕਰ ਰਹੇ ਹੋਵੋਗੇ। ਪਿਛਲੇ ਕੁਝ ਟਾਈਮ ਤੋਂ ਅਸੀਂ ਪੰਜਾਬ ਦੇ ਵਿੱਚ ਇੱਕ ਚੀਜ਼ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਵਿਚਾਰਧਾਰਾ ਨੂੰ ਫੋਰਸਫੁਲੀ ਲੋਕਾਂ ਦੇ ਵਿੱਚ ਭਰਿਆ ਜਾ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਜਿਹੜੇ ਲੋਕ ਜਿਨ੍ਹਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਜਾਂ ਨਹੀਂ ਕੀਤਾ, ਉਹਨਾਂ ਨੂੰ ਸ਼ਹੀਦਾਂ ਦਾ ਟੈਗ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਆਲਰੇਡੀ ਅਸੀਂ ਸ਼ਹੀਦ ਮੰਨਦੇ ਆ ਰਹੇ ਇੰਨੇ ਟਾਈਮ ਤੋਂ, ਉਹਨਾਂ ਤੋਂ ਸ਼ਹੀਦਾਂ ਦਾ ਟੈਗ ਖੋਹ ਕੇ ਉਹਨਾਂ ਨੂੰ ਟੈਰਰਿਸਟ ਕਿਹਾ ਜਾ ਰਿਹਾ ਹੈ। ਸੋ ਅੱਜ ਇਸੇ ਗੱਲ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਇਹ ਕੀ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਨਵਾਂ ਜਿਹੜਾ ਟ੍ਰੈਂਡ ਆਪਾਂ ਸਟਾਰਟ ਹੋਇਆ ਦੇਖਿਆ ਹੈ, ਇਹ ਕੀ ਸਹੀ ਹੈ ਪੰਜਾਬ ਦੇ ਵਿੱਚ ਜਾਂ ਨਹੀਂ ਹੈ? ਇਸ ਦੇ ਵਿੱਚ ਕੀ ਕਨਸਪੀਰੇਸੀ ਹੋ ਸਕਦੀ ਹੈ? ਸਟੇਟ ਦਾ ਕੀ ਵਿਜ਼ਨ ਹੋ ਸਕਦਾ ਹੈ? ਜਾਂ ਇਸ ਵਿੱਚ ਸਿਰਫ ਤੇ ਸਿਰਫ ਜਿਹੜੇ ਸਾਡੇ ਲੀਡਰਸ ਹੈਗੇ ਨੇ, ਉਹ ਆਪਣੀ ਜਿਹੜੀ ਭੁੱਖ ਹੈਗੀ ਆ, ਆਪਣੀ ਸਿਆਸਤ ਦੀ ਭੁੱਖ ਆ, ਸਿਰਫ ਉਹਨੂੰ ਹੀ ਮਿਟਾਉਣ ਵਾਸਤੇ ਇਹ ਸਭ ਚੀਜ਼ਾਂ ਕਰ ਰਹੇ ਆ। ਸੋ ਅੱਜ ਦੇ ਪੋਡਕਾਸਟ ਵਿੱਚ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਇਸ ਪੋਡਕਾਸਟ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਮਨਵੀਰ ਕੌਰ ਜੀ। ਸੋ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਨਵੀਰ ਕੌਰ ਜੀ ਨਾਲ ਇੰਟਰੋਡਿਊਸ ਕਰਨਾ ਚਾਹੂੰਗਾ ਕਿ ਮਨਵੀਰ ਕੌਰ ਇੱਕ ਸੋਸ਼ਲ ਪੋਸਟ ਜਿਹੜਾ YouTube ਚੈਨਲ ਆ ਉਹਨੂੰ ਹੀ ਹੋਸਟ ਕਰਦੇ ਨੇ। ਸੋ ਉੱਥੇ ਵੀ ਬਹੁਤ ਸਾਰੇ ਵਧੀਆ ਕੰਟੈਂਟ ਲੈ ਕੇ ਆਉਂਦੇ ਨੇ ਤੁਹਾਡੇ ਸਾਰਿਆਂ ਵਾਸਤੇ। ਸੋ ਪਹਿਲਾਂ ਵੈਲਕਮ ਹੈ ਜੀ ਮਨਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਮਨਵੀਰ ਕੌਰ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਵਿਕਰਮ ਜੀ। ਸੋ ਮਨਵੀਰ ਜੀ, ਆਪਾਂ ਕੀ ਚੱਲ ਰਿਹਾ ਅੱਜ ਕੱਲ੍ਹ ਪੰਜਾਬ ਦੇ ਵਿੱਚ? ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਵਿਚਾਰਧਾਰਾ ਆ ਰਹੀ ਹੈ ਜਿਸ ਦੇ ਵਿੱਚ ਆਈਡੀਓਲੋਜੀ ਦੀ ਵਾਰ ਹੋ ਰਹੀ ਆ। ਕਿ ਮਤਲਬ ਇੱਕ ਇਹੋ ਜਿਹੀ ਆਈਡੀਓਲੋਜੀ ਆ ਰਹੀ ਹੈ ਜਿਸ ਦੇ ਵਿੱਚ ਸਾਡੇ ਆਪਣੇ ਜਿਹੜੇ ਬਿਲਵਡ ਹੈਗੇ ਨੇ, ਜਿਹੜੇ ਜਿਨ੍ਹਾਂ ਨੂੰ ਅਸੀਂ ਆਈਡਲਾਈਜ਼ ਕਰਦੇ ਹਾਂ, ਭਗਤ ਸਿੰਘ ਹੋਣੀ, ਉਹਨਾਂ ਨੂੰ ਟੈਰਰਿਸਟ ਘੋਸ਼ਿਤ ਕੀਤਾ ਜਾ ਰਿਹਾ। ਤੁਹਾਡੇ ਇਸ ਵਿਚਾਰ ਨਾਲ ਕੀ ਚੱਲ ਰਿਹਾ ਸਭ ਕੁਝ? ਵਿਕਰਮ ਜੀ, ਤੁਸੀਂ ਸੋਚਦੇ ਆ ਕਿ ਨਵੀਂ ਆਈਡੀਓਲੋਜੀ ਆ ਰਹੀ ਹੈ। ਮੈਂ ਇਹ ਦੇਖ ਪਾ ਰਹੀ ਹਾਂ ਕਿ ਕੋਈ ਆਈਡੀਓਲੋਜੀ ਨਹੀਂ ਹੈ। ਆਈਡੀਓਲੋਜੀ ਦਾ ਖਲਾ ਆ ਜਿਹਦੇ ਕਰਕੇ ਸਾਰਾ ਕੁਝ ਵਾਪਰ ਰਿਹਾ। ਆਪਣੇ ਪੰਜਾਬ ਦੇ ਵਿੱਚ 2 ਪਾਰਟੀ ਸਿਸਟਮ ਬ੍ਰੇਕ ਹੋਇਆ ਔਰ ਆਪਣੇ ਕੋਲ ਇੱਕ ਥਰਡ ਪਾਰਟੀ ਆਈ ਔਰ ਉਸ ਤੋਂ ਬਾਅਦ ਸੰਗਰੂਰ ਜਿਮਨੀ ਚੋਣਾਂ ਦੇ ਵਿੱਚ ਇੱਕ ਚੌਥੀ ਪਾਰਟੀ ਆਈ ਜਿਹੜੀ ਬਹੁਤ ਸਾਲਾਂ ਤੋਂ ਇੱਕ ਵਾਸ ਅ ਡੈਡ ਡਕ, ਰਾਈਟ? ਸੋ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਰਹੀ ਹਾਂ, ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹਾਂ। ਆਮ ਆਦਮੀ ਪਾਰਟੀ ਨੂੰ ਆਪਾਂ ਦੇਖੀਏ ਤਾਂ ਉਹਨਾਂ ਦੇ ਕੋਲ ਕੋਈ ਮਜ਼ਬੂਤ ਆਈਡੀਓਲੋਜੀ, ਰਾਦਰ ਕੋਈ ਵੀ ਆਈਡੀਓਲੋਜੀ ਨਹੀਂ ਹੈ। ਆਮ ਆਦਮੀ ਪਾਰਟੀ ਦੀ ਇੱਕ ਸਟਰਗਲ ਕੰਟੀਨਿਊਸ ਚੱਲ ਰਹੀ ਹੈ। ਅਗਰ ਆਪਾਂ ਦਿੱਲੀ 'ਚ ਦੇਖੀਏ ਤਾਂ ਕਦੀ ਹਨੂਮਾਨ ਜੀ ਦਾ ਸਹਾਰਾ ਲੈਂਦੇ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਆਪਣੇ ਉਸ ਫਰੇਮ ਦੇ ਵਿੱਚ ਆਪਣਾ ਬ੍ਰਾਂਡ ਐਂਬੈਸੇਡਰ ਬਣਾ ਕੇ ਵਰਤਣ ਦੀ ਕੋਸ਼ਿਸ਼ ਕੀਤੀ। ਇਹਦਾ ਕਾਰਨ ਇਹ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਕੋਈ ਠੋਸ ਵਿਚਾਰਧਾਰਾ ਨਹੀਂ ਹੈ। ਉਹ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚੋਂ ਉੱਭਰੀ ਪਾਰਟੀ ਔਰ ਜਦੋਂ ਐਂਟੀ ਕਰਪਸ਼ਨ ਮੂਵਮੈਂਟ 'ਚ ਸੀਗੇ ਉਸ ਟਾਈਮ ਵਿਕਰਮ ਜੀ ਇਹਨਾਂ ਨੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾ ਕੇ ਰੱਖੀ ਔਰ ਅੰਨਾ ਹਜ਼ਾਰੇ ਜਿਹੜੇ ਮਹਾਤਮਾ ਗਾਂਧੀ ਜੀ ਦੇ ਲਾਈਫ ਸਟਾਈਲ ਦੇ ਨਾਲ ਰਿਜ਼ੈਂਬਲ ਕਰਦੇ ਆ, ਉਸ ਫਰੇਮ ਦੇ ਵਿੱਚ ਫਿੱਟ ਬੈਠਦੇ ਸੀਗੇ, ਉਹਨਾਂ ਨੂੰ ਚਿਹਰਾ ਬਣਾਇਆ ਉਸ ਐਂਟੀ ਕਰਪਸ਼ਨ ਮੂਵਮੈਂਟ ਦਾ। ਪਰ ਉਸ ਤੋਂ ਬਾਅਦ ਆਪਣੀ ਦੇਸ਼ ਦੇ ਵਿੱਚ ਟ੍ਰੈਂਡ ਬਦਲਿਆ। 2014 ਦੇ ਵਿੱਚ ਆਪਣੀ ਸੈਂਟਰ ਦੀ ਸਰਕਾਰ ਜਿਹੜੀ ਸੀ ਉਹ ਵੀ ਕਾਂਗਰਸ ਦੀ ਡੋਮੀਨੈਂਸ ਐਂਡ ਕਾਂਗਰਸ ਮੋਨੋਪੋਲੀ ਨੂੰ ਖਤਮ ਕਰਦੇ ਹੋਏ ਆਪਣੇ ਕੋਲ ਭਾਜਪਾ ਸਰਕਾਰ ਆਈ। ਭਾਜਪਾ ਸਰਕਾਰ ਨੂੰ ਵੀ ਅਗਰ ਆਪਾਂ ਦੇਖੀਏ ਤਾਂ ਉਹਨਾਂ ਦੇ ਕੋਲ ਆਈਡੀਓਲੋਜੀਕਲ ਬੇਸ ਜਿਹੜਾ ਉਹਨਾਂ ਦਾ ਠੋਸ ਅੱਜ ਵੀ ਨਹੀਂ ਆ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਵਰਕਰ ਨੂੰ ਵਿੱਚ ਫਿੱਟ ਕਰਨ ਦੀ, ਲੇਕਿਨ ਸਾਵਰਕਰ ਦੀਆਂ ਮਾਫੀਆਂ ਜਿਹੜੀਆਂ ਆ ਉਹ ਵਿੱਚ ਆ ਜਾਂਦੀਆਂ ਔਰ ਫਿਰ ਤੁਹਾਨੂੰ ਪਤਾ ਹੈ ਐਵਰੀਬਡੀ ਜਸਟ ਔਨ ਟਵਿੱਟਰ ਸ਼ੁਰੂ ਹੋ ਜਾਂਦੇ ਆ ਸਾਵਰਕਰ ਨੂੰ ਭੰਡਣ ਦੇ ਲਈ। ਸਾਵਰਕਰ ਦਾ ਹੋ ਸਕਦਾ ਅਲੱਗ ਯੋਗਦਾਨ ਰਿਹਾ ਹੋਵੇ ਪਰ ਉਹਨਾਂ ਦੀਆਂ ਜਿਹੜੀਆਂ ਮਾਫੀਆਂ ਸੀਗੀਆਂ ਉਹ ਇੱਕ ਬੜਾ ਮਜ਼ਬੂਤ ਤਰਕ ਮਿਲਦਾ ਆ ਜਿਹਦੇ ਨਾਲ ਭਾਜਪਾ ਆਪਣਾ ਕੋਈ ਫਰੀडम फाइटर टाइप ਜਿਹੜਾ ਕੋਈ ਆਪਣਾ ਯੋਧਾ, ਕੋਈ ਹੀਰੋ ਖੜਾ ਨਹੀਂ ਕਰ ਪਾਉਂਦੇ। ਅਗਰ ਆਪਾਂ ਇੰਡੀਅਨ ਪੋਲਿਟਿਕਸ ਨੂੰ ਆਪਾਂ ਸ਼ੁਰੂ ਤੋਂ ਦੇਖੀਏ ਵਿਕਰਮ, ਤਾਂ 1947 ਚ ਭਾਰਤ ਆਜ਼ਾਦ ਹੋਇਆ। ਉਸੇ ਟਾਈਮ ਤੋਂ ਜਿਹੜੇ ਫਰੀडम फाइटर्स ਸੀ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ। ਅਗਰ ਆਪਾਂ ਆਪਣੇ ਪੰਜਾਬ ਚ ਵੀ ਦੇਖ ਲਈਏ ਤਾਂ ਸ਼ੁਰੂਆਤ ਵਾਲੇ ਜਿਹੜੇ ਦੌਰ ਸੀਗੇ 1970 ਤੱਕ ਆਪਣੇ ਕੋਲ ਕਈ ਏਦਾਂ ਦੇ ਫਰੀडम फाइटर ਪੋਲੀਟੀਸ਼ੀਅਨ ਬਣੇ ਬਾਅਦ ਵਿੱਚ। ਉਹਨਾਂ ਨੂੰ ਆਪਾਂ ਲੋਕ ਜਿਹੜੇ ਆਪਣੇ ਵੋਟਰ ਸੀਗੇ ਉਹਨਾਂ ਦੀ ਇੱਜ਼ਤ ਮਾਣ ਸਨਮਾਨ ਕਰਦੇ ਸੀ। ਹੁਣ ਜਿਹੜਾ ਟ੍ਰੈਂਡ ਆ ਗਿਆ, ਹੁਣ ਜਿਹੜੀਆਂ ਨਵੀਆਂ ਪਾਰਟੀਆਂ ਆਈਆਂ, ਆਮ ਆਦਮੀ ਪਾਰਟੀ ਇਜ਼ ਵਨ, ਭਾਜਪਾ ਇਜ਼ ਵਨ ਐਂਡ ਸਿਮਰਨਜੀਤ ਸਿੰਘ ਮਾਨ ਜਿਹੜੇ ਦੁਬਾਰਾ ਉੱਠੇ ਨੇ। ਖੈਰ ਸਿਮਰਨਜੀਤ ਸਿੰਘ ਮਾਨ ਹੁਣੀ ਪਹਿਲਾਂ ਤਾਂ ਖਾਲਿਸਤਾਨ ਦੇ ਨਾਲ ਐਸੋਸੀਏਟਡ ਆਪਣੀ ਆਈਡੀਓਲੋਜੀ ਰੱਖਦੇ ਰਹੇ ਨੇ ਬਟ ਉਹਦੇ ਤੋਂ ਵੀ ਉਹ ਪਿੱਛੇ ਹੋਏ ਨੇ। ਸੋ ਇੱਕ ਇਹਨਾਂ ਦੇ ਕੋਲ ਆਈਡੀਓਲੋਜੀ ਨਹੀਂ ਆ ਔਰ ਦੇ ਆਰ ਇਨ ਦ ਕੰਟੀਨਿਊਸ ਨੀਡ ਕਿ ਸਾਨੂੰ ਕੋਈ ਚਿਹਰਾ ਮਿਲੇ। ਮਹਾਤਮਾ ਗਾਂਧੀ ਜੀ ਨੂੰ ਐਂਟੀ ਕਰਪਸ਼ਨ ਮੂਵਮੈਂਟ ਚ ਆਮ ਆਦਮੀ ਪਾਰਟੀ ਨੇ ਲਿਆ, ਇਹਨਾਂ ਨੂੰ ਪਿੱਛੇ ਕਰ ਦਿੱਤਾ ਮਹਾਤਮਾ ਗਾਂਧੀ ਜੀ ਨੂੰ, ਕਿਉਂਕਿ ਮਹਾਤਮਾ ਗਾਂਧੀ ਜੀ ਦੀ ਉਹ ਜਿਹੜੀ ਉਹਨਾਂ ਦੀ ਛਵੀ ਆ ਨੌਨ ਵਾਇਲੈਂਸ, ਅਹਿੰਸਾ ਵਾਲੀ, ਉਹ ਹੁਣ ਵੋਟਾਂ ਨਹੀਂ ਬਟੋਰਦੀ ਹੈਗੀ। ਇੰਡੀਅਨ ਪੋਲਿਟਿਕਸ 'ਚ ਮੈਨੂੰ ਇੱਕ ਗੱਲ ਦਿਖ ਰਹੀ ਆ ਕਿ ਇੰਡੀਅਨ ਪੋਲਿਟਿਕਸ ਦੇ ਵਿੱਚ ਨਾ ਆਪਾਂ, ਅਗਰ ਮੈਂ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰਾਂ, ਜਸਟ ਬਿਕੋਜ਼ ਕਿ ਉਹਨਾਂ ਨੂੰ ਕੁਝ ਸਿਆਸਤ ਚਾਹੀਦੀ ਆ, ਉਹਨਾਂ ਨੂੰ ਲੀਡਰ ਪਾਉਣਾ ਚਾਹੀਦਾ ਵਾ ਕਿ ਆਪਾਂ ਪੰਜਾਬ ਦੇ ਕੁਝ ਕਰ ਸਕੀਏ ਜਾਂ ਨਾ ਕਰ ਸਕੀਏ, ਆਈ ਡੋਂਟ ਨੋ, ਕਿ ਉਹਨਾਂ ਨੂੰ ਪਾਵਰ ਚਾਹੀਦੀ ਆ
ਤੇ ਇਸੇ ਕਰਕੇ ਆਪਾਂ ਦੇਖਦੇ ਹਾਂ ਟਾਈਮ ਟੂ ਟਾਈਮ ਸਟਰਗਲ ਜਿਹੜਾ ਵਾ ਉਹ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ। ਜਿੱਦਾਂ ਪਹਿਲਾਂ ਪੰਜਾਬੀ ਸੂਬਾ ਦੀ ਡਿਮਾਂਡ ਕੀਤੀ ਗਈ 1966 ਤੋਂ ਪਹਿਲਾਂ, ਆਪਾਂ ਦੇਖਿਆ ਕੀ ਕੁਛ ਚੱਲਦਾ ਰਿਹਾ ਅਕਾਲੀ ਸਰਕਾਰ ਵੱਲੋਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪੰਥਕ ਰਾਜਨੀਤੀ ਚੱਲੀ, ਉਸ ਤੋਂ ਬਾਅਦ ਅਲੱਗ-ਅਲੱਗ ਚੱਲੀ। ਹੁਣ ਜਿਹੜੀ ਚੱਲ ਰਹੀ ਆ ਉਹ ਹੈਗੀ ਆ ਕਿ ਆਪਣੀ ਜਿਹੜੇ ਆਈਡਲਸ ਹੈਗੇ ਆ ਉਹਨਾਂ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਈ ਜਾਵੇ। ਤੇ ਜਿਹੜੇ ਫੇਕ ਨੈਰੇਟਿਵ ਬਣਾਇਆ ਜਾਂਦਾ ਵਾ ਕਿ ਆਈ ਡੋਂਟ ਨੋ ਕਿ ਜਿਹੜੇ ਦੀਪ ਸਿੱਧੂ ਤੇ ਉਸ ਨਾਲ ਨੂੰ ਸਿੱਧੂ ਮੂਸੇਵਾਲਾ ਨੂੰ ਕਿੱਦਾਂ ਸ਼ਹੀਦ ਕਰਾਰ ਕੀਤਾ ਜਾਂਦਾ ਵਾ, ਕਿ ਕਿਹੜਾ ਮਤਲਬ ਉਹਨਾਂ ਨੇ ਗਾਈਡਲਾਈਨਸ ਨੂੰ ਫੋਲੋ ਕਰਕੇ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ, ਆਈ ਡੋਂਟ ਨੋ। ਬਟ ਉਹਨਾਂ ਦੀ ਇਸੇ ਦੇ ਨਾਲ ਸਿਆਸਤ ਚੱਲ ਰਹੀ ਆ ਤੇ ਆਪਾਂ ਨੂੰ ਇਸ ਦਾ ਐਵੀਡੈਂਸ ਵੀ ਦੇਖਣ ਨੂੰ ਮਿਲਦਾ ਵਾ ਕਿ ਉਹ ਇਸੇ ਬੇਸ ਤੇ ਸ਼ਾਇਦ ਜਿੱਤੇ ਵੀ ਨੇ। ਇਹਦੇ ਕਈ ਹੋਰ ਰੀਜ਼ਨ ਹੋ ਸਕਦੇ ਆ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੀਕ ਹੋਈ ਆ ਤੇ ਬਟ ਫਿਰ ਵੀ ਉਹਨਾਂ ਨੂੰ ਫਾਇਦਾ ਤੇ ਹੋਇਆ ਹੀ ਆ, ਜਿਸ ਨਾਲ ਕਿ ਇੱਕ ਬੂਸਟ ਮਿਲਦਾ। ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਇੱਕ ਤਬਕਾ ਹੈਗਾ ਲੋਕਾਂ ਦਾ ਜੋ ਸਹੀ ਗੱਲ ਆ ਇਸ ਨੂੰ ਕਲੇਮ ਕਰਨਾ ਸਟਾਰਟ ਕਰ ਦਿੱਤਾ, ਜਿਨ੍ਹਾਂ ਨੇ ਕਿ ਜਿਹੜੇ ਭਗਤ ਸਿੰਘ ਹੈਗੇ ਆ ਉਹ ਟੈਰਰਿਸਟ ਨੇ, ਉਹ ਇਸ ਨੂੰ ਕਲੇਮ ਕਰ ਰਹੇ ਆ। ਸੋ ਆਈ ਥਿੰਕ ਆਪਾਂ ਗਲਤ ਡਾਇਰੈਕਸ਼ਨ ਵੱਲ ਅੱਗੇ ਜਾ ਚੁੱਕੇ ਹੋਏ ਆ ਇਸ ਪਾਰਟੀਬਾਜ਼ੀ ਵਿੱਚ। ਇਹਦੇ 'ਚ ਮੈਂ ਦੋ ਚੀਜ਼ਾਂ ਵਿਕਰਮ ਕਹਿਣਾ ਚਾਹੂੰਗੀ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਨੂੰ ਕੰਟੀਨਿਊ ਕਰਾਂਗੀ ਕਿ ਮਹਾਤਮਾ ਗਾਂਧੀ ਜੀ ਨੂੰ ਰਿਪਲੇਸ ਕਰਕੇ ਭਗਤ ਸਿੰਘ ਜੀ ਨੂੰ ਲਿਆਂਦਾ ਗਿਆ। ਭਗਤ ਸਿੰਘ ਜੀ ਨੂੰ ਲਿਆਉਣ ਦਾ ਮਕਸਦ ਇਹ ਹੈ ਕਿਉਂਕਿ ਜਿਹੜੀ ਨਵੀਂ ਪਾਰਟੀ ਹੈ, ਜਿਵੇਂ ਹੁਣ ਆਮ ਆਦਮੀ ਪਾਰਟੀ ਹੈ, ਇਹਨਾਂ ਦੇ ਕੋਲ ਇੱਕ ਸਿਰਫ ਰੋਮੀਓ ਟਾਈਪ ਆਫ ਰੈਵੋਲੂਸ਼ਨਰੀਜ਼ ਹੈ, ਜਿਹੜੇ ਖੱਟੀਆਂ ਪੱਗਾਂ ਬੰਨ ਕੇ, ਜੇ ਬਸੰਤੀ ਕਲਰ ਦੀਆਂ ਪੱਗਾਂ ਬੰਨ ਕੇ ਖਟਕੜ ਕਲਾਂ ਜਾ ਕੇ ਬਹੁਤ ਰੈਵੋਲੂਸ਼ਨਰੀ ਇਨਕਲਾਬੀ ਮਹਿਸੂਸ ਕਰਦੇ ਆਪਣੇ ਆਪ 'ਚ, ਜਦ ਕਿ ਉਹ ਇਨਕਲਾਬ ਨਹੀਂ ਆ, ਉਹ ਦੇ ਆਰ ਜਸਟ ਰੋਮੈਂਟਿਸਾਈਜ਼ਿੰਗ ਰੈਵੋਲੂਸ਼ਨ। ਸੋ ਇਸ ਕਰਕੇ ਉਹਨਾਂ ਨੂੰ ਕੋਈ ਅਸਲੀ ਹੀਰੋ ਦੀ ਤਲਾਸ਼ ਹੈ, ਔਰ ਉਹ ਹੀਰੋ ਵੀ ਉਹ ਚਾਹੀਦਾ ਇਸ ਸਮੇਂ ਇੰਡੀਆ ਦੇ ਸੰਦਰਭ ਦੇ ਵਿੱਚ। ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ, ਨਾਟ ਓਨਲੀ ਆਮ ਆਦਮੀ ਪਾਰਟੀ, ਬਾਕੀ ਪਾਰਟੀਆਂ ਵੀ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਣ ਲਈ ਕਾਲੀਆਂ ਨੇ। ਕਿਉਂ? ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਿਸਤੌਲ ਵਿਕ ਰਿਹਾ ਹੈ, ਅੱਜ ਦੇ ਸਮੇਂ ਦੇ ਵਿੱਚ ਉਹ ਵਾਇਲੈਂਸ ਵਾਲੀ ਇਮੇਜ ਵਿਕ ਰਹੀ ਹੈ। ਇਸ ਕਰਕੇ ਅੰਬੇਦਕਰ ਤੇ ਉੱਤੇ ਜਿਹੜੇ ਆਪਣੀ ਵਧੀਆ ਨਾਮੀ ਸ਼ਖਸੀਅਤਾਂ ਰਹੀਆਂ ਆ, ਉਹ ਕੰਟਰੋਵਰਸ਼ੀਅਲ ਬਣ ਚੁੱਕੀਆਂ। ਹੁਣ ਇਹਦਾ ਕਾਰਨ ਕੀ ਹੈ, ਜੋ ਤੁਸੀਂ ਗੱਲ ਕਹੀ ਕਿ ਇਹਦਾ ਕਾਰਨ ਸਿਰਫ ਇਹੀ ਹੈ ਕਿ ਆਪਾਂ, ਤੁਸੀਂ ਕਿਹਾ ਵੀ ਦੀਪ ਸਿੱਧੂ ਜੀ ਨੂੰ ਆਪਾਂ, ਉਹਨਾਂ ਦੀਪ ਸਿੱਧੂ ਦਾ ਆਪਣੇ ਵਿਚਾਰ ਸੀਗੇ, ਉਹਦੀ ਇੱਕ ਆਪਣਾ ਯੋਗਦਾਨ ਹੋ ਸਕਦਾ, ਉਹਦੀ ਇਨਫਲੂਐਂਸ ਲੋਕਾਂ ਦੇ ਉੱਤੇ ਸੀਗੀ, ਯੂਥ ਦੇ ਵਿੱਚ ਬਹੁਤ ਇਨਫਲੂਐਂਸ ਸੀ। ਲੇਕਿਨ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਵੀ ਆਪਾਂ ਉਹਨਾਂ ਨੂੰ ਕੰਡੈਮ ਨਹੀਂ ਕਰਦੇ, ਪਰ ਇਹਦਾ ਕਾਰਨ ਜਿਹੜਾ ਤੁਸੀਂ ਕਹਿੰਦੇ ਹੋ ਵੀ ਆਪਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੰਦੇ ਆ, ਇਹਦਾ ਕਾਰਨ ਹੈਗਾ ਆ ਵੀ ਆਪਣੇ ਕੋਲ ਵਿਕਰਮ ਕੋਈ ਹੀਰੋ ਨਹੀਂ ਆ। ਆਪਾਂ ਜਿਹੜੇ ਆਪਣੀ ਉਮਰ ਦੇ ਬੱਚੇ ਹੋ ਗਏ, ਜਿਹੜਾ ਯੂਥ ਆ ਆਪਣਾ, ਉਹ ਤਰਸਦੇ ਪਏ ਨੇ ਕਿ ਸਾਨੂੰ ਕੋਈ ਲੀਡਰ ਮਿਲੇ, ਕੋਈ ਸਾਨੂੰ ਦਿਸ਼ਾ ਦਿਖਾਏ। ਐਕਚੁਅਲੀ ਆਪਣੀ ਪ੍ਰੋਬਲਮ ਇਹ ਹੈ ਕਿ ਜਿਹੜਾ ਆਪਾਂ ਯੂਥ ਆ ਪੰਜਾਬ ਦਾ, ਦਿਸ ਇਜ਼ ਆਰ ਮੈਸੇਜ ਆਲਸੋ ਵਿਕਰਮ, ਕਿ ਜਿਹੜਾ ਆਪਣਾ ਯੂਥ ਆ ਪੰਜਾਬ ਦਾ, ਆਪਾਂ ਕੋਈ ਹੀਰੋ ਦੀ ਤਲਾਸ਼ ਕਰ ਰਹੇ ਆ, ਆਪਾਂ ਆਪਣੇ ਆਪ 'ਚ ਹੀਰੋ ਨਹੀਂ ਦੇਖ ਰਹੇ। ਅਗਰ ਆਪਾਂ ਆਪਣੇ ਆਪ 'ਚ ਹੀਰੋ ਲੱਭਣ ਲੱਗ ਜਾਈਏ, ਜਿਹੜਾ ਬਦਲਾਵ ਲਿਆਏਗਾ, ਜਿਹੜਾ ਸਭ ਕੁਝ ਸਿਸਟਮ ਨੂੰ ਸਹੀ ਕਰੇਗਾ, ਭਗਤ ਸਿੰਘ ਜੀ ਦੀ ਸੋਚ ਤੇ ਚੱਲਣ ਲੱਗ ਜਾਈਏ, ਤਾਂ ਇਹਦਾ ਮਤਲਬ ਆਪਾਂ ਨੂੰ ਕਿਸੇ ਨੂੰ ਸ਼ਹੀਦ ਦਾ ਦਰਜਾ, ਜੋ ਕਿ ਇੱਕ ਬਹੁਤ ਵੱਡਾ ਨਾਮ ਹੈ, ਬਹੁਤ ਵੱਡਾ ਟੈਗ ਹੈ, ਉਹ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ। ਔਰ ਰਹੀ ਗੱਲ ਭਗਤ ਸਿੰਘ ਜੀ ਨੂੰ ਟੈਰਰਿਸਟ ਕਹਿਣ ਦੀ, ਇਹਦੇ ਪਿੱਛੇ ਆਪਾਂ ਕਲੈਰੀਫਾਈ ਜ਼ਰੂਰ ਕਰਾਂਗੇ ਆਪਣੀ ਆਡੀਅנס ਦੇ ਲਈ ਵਿਕਰਮ। ਟੈਰਰਿਸਟ ਸ਼ਬਦ ਜਿਹੜਾ ਆ, ਦੇਖੋ ਭਗਤ ਸਿੰਘ, ਸਭ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰਦਾ, ਇੱਕ ਇੰਟੈਲੈਕਚੁਅਲ ਜਾਇੰਟ ਥਿੰਕਰ ਐਂਡ ਫਿਲਾਸਫਰ ਸੀ। ਉਹਨਾਂ ਦੀ ਜਿਹੜੀ ਜੇਲ ਨੋਟਬੁੱਕ ਆ, ਉਹਨੂੰ ਆਪਾਂ ਪੜ੍ਹਦੇ ਆ ਜਦੋਂ ਜੇਲ ਡਾਇਰੀ ਨੂੰ, ਜਿਹੜੇ ਉਹਨਾਂ ਦੇ ਪਰਿਵਾਰਕ ਜੀਆਂ ਵੱਲੋਂ ਛਾਪੀ ਗਈ ਆ, ਉਹਦੇ ਵਿੱਚ ਉਹ ਬਹੁਤ ਕਲੀਅਰਲੀ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੀ ਸੋਚ ਜਿਹੜੀ ਸੀ ਉਹ ਇਵੋਲਵ ਹੋਈ। ਉਹ ਇੰਟਰਨੈਸ਼ਨਲ ਜੋ ਹੈਪਨਿੰਗ ਸੀਗੀਆਂ ਉਹਦੇ ਤੋਂ ਭਾਰਤ ਨੂੰ ਵਧੀਆ ਬਣਾਉਣ ਦੀ ਉਮੀਦ ਦੇ ਨਾਲ ਸਭ ਕੁਝ ਲਿਖ ਰਹੇ ਸੀ, ਸੋਚ ਵਿਚਾਰ ਕਰ ਰਹੇ ਸੀ। ਔਰ ਰਹੀ ਗੱਲ ਇਸ ਤੋਂ, ਇੱਕ ਕੱਲਾ ਅੱਜ ਹੀ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਭਗਤ ਸਿੰਘ ਜੀ ਹੋਣਾ ਨੂੰ ਟੈਰਰਿਸਟ ਕਿਹਾ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਕਿਹਾ। ਮੈਂ ਇੱਥੇ ਇੱਕ ਹੋਰ ਇਵੈਂਟ ਨੂੰ ਵੀ ਨਾਲ ਜੋੜਨਾ ਚਾਹਾਂਗੀ। ਜੀ ਵਿਕਰਮ, ਮੈਂ ਇੱਥੇ ਇੱਕ ਹੋਰ ਇਵੈਂਟ ਨਾਲ ਜੋੜਨਾ ਚਾਹਾਂਗੀ, ਉਹ ਹੈਗਾ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਕਿਤਾਬ ਜਿਹੜੀ ਸੀ, ਦਿੱਲੀ ਯੂਨੀਵਰਸਿਟੀ ਸੀ ਜਾਂ JNU ਸੀਗੀ, ਉਹਨਾਂ ਦੇ ਵਿੱਚ ਇੱਕ ਬਹੁਤ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਬਹੁਤ ਰਿਨਾਊਂਡ ਹਿਸਟੋਰੀਅਨ ਨੇ, ਉਹਨਾਂ ਨੇ ਫਰੀडम ਫਾਈਟਰਸ ਦੀ ਕਿਤਾਬ, ਬਿਪਿਨ ਚੰਦਰਾ ਜੀ ਇੰਡੀਅਨ ਸਟਰਗਲ ਆਫ ਇੰਡੀਪੈਂਡੈਂਸ, ਮੈਂ ਪੜ੍ਹੀ ਹੋਈ ਹੈ ਕਿਤਾਬ। ਹਾਂਜੀ, ਪਰ ਉਹਦੇ ਵਿੱਚ ਉਹਨਾਂ ਦਾ ਸੰਦਰਭ ਅਲੱਗ ਸੀਗਾ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਸੰਦਰਭ ਅਲੱਗ ਹੈ। ਮੈਨੂੰ ਵੀ ਕਲੈਰੀਫਾਈ ਕਰ ਦੇਣਾ ਚਾਹੁੰਦੀ ਹਾਂ, ਕਿਉਂਕਿ ਆਪਣੇ ਮੇਨ ਮਿਸ ਇਨਫੋਰਮੇਸ਼ਨ ਜ਼ਿਆਦਾ ਭਗਤ ਸਿੰਘ ਜੀ ਬਾਰੇ, ਇਨਫੋਰਮੇਸ਼ਨ ਦੀ ਕਮੀ ਹੈ। ਜੀ ਐਗਜ਼ੈਕਟਲੀ, ਜਿਹੜੀ ਤੁਸੀਂ ਗੱਲ ਕੀਤੀ ਨਾ ਬਿਪਿਨ ਚੰਦਰਾ ਦੀ, ਤੇ ਮੈਂ ਵੀ ਉਹ ਬੁੱਕ ਪੜ੍ਹੀ ਹੋਈ ਆ। ਈਵਨ ਕਿ ਮੈਂ ਬਿਪਿਨ ਚੰਦਰਾ ਦੀ 2 ਬੁੱਕਸ ਪੜ੍ਹੀਆਂ ਹੋਈਆਂ, ਇੱਕ ਹੈਗੀ ਆ ਇੰਡੀਅਨ ਸਟਰਗਲ ਆਫ ਇੰਡੀਪੈਂਡੈਂਸ ਤੇ ਇੱਕ ਹੈਗੀ ਆ ਹਿਸਟਰੀ ਆਫ ਮਾਡਰਨ ਇੰਡੀਆ। ਇਹ ਦੋਨੋਂ ਬੁੱਕਸ ਬਹੁਤ ਵਧੀਆ ਤਰੀਕੇ ਨਾਲ ਲਿਖੀਆਂ ਹੋਈਆਂ ਵਾ।
ਤੇ ਜਿੱਦਾਂ ਮੈਂ ਜਾਣਦਾ ਮਾਨ ਸਾਹਿਬ ਹੋਣੀ ਪਹਿਲਾਂ UPSC ਦਾ ਐਗਜ਼ਾਮ ਕਲੀਅਰ ਕੀਤਾ ਹੋਇਆ ਸੀ ਉਹਨਾਂ ਨੇ, ਸੋ ਉਹਨਾਂ ਨੇ ਇਹ ਬੁੱਕਸ ਪੜ੍ਹੀਆਂ ਹੋਣਗੀਆਂ। ਸੋ ਬਿਪਿਨ ਚੰਦਰਾ ਦੀ ਆਈ ਰਿਮੈਂਬਰ ਕਿ ਚੈਪਟਰ 20 ਦੇ ਵਿੱਚ ਰੈਵੋਲੂਸ਼ਨਰੀ ਟੈਰਰਿਸਟ ਕਿਹਾ ਗਿਆ ਵਾ, ਉਹਨਾਂ ਨੂੰ ਟੈਰਰਿਸਟ ਨਹੀਂ ਕਿਹਾ ਗਿਆ, ਉਹਨਾਂ ਨੂੰ ਰੈਵੋਲੂਸ਼ਨਰੀ ਟੈਰਰਿਸਟ ਕਿਹਾ ਗਿਆ ਵਾ। ਇਹਨਾਂ ਦੋਵਾਂ 'ਚ ਫਰਕ ਜੀ, ਇਹਨਾਂ ਦੇ ਵਿੱਚ ਦੋਨਾਂ 'ਚ ਡਿਫਰੈਂਸ ਹੁੰਦਾ ਵਾ, ਬਟ ਇਹ ਗੱਲ ਨਾ ਆਈ ਥਿੰਕ ਅੱਜ ਕੱਲ ਉਹਨਾਂ ਦੇ ਜਿਹੜੇ ਭਗਤ ਆ ਉਹ ਸਮਝ ਨਹੀਂ ਪਾ ਰਹੇ, ਕਿਉਂਕਿ ਆਈ ਥਿੰਕ ਉਹਨਾਂ ਦਾ ਇੰਟੈਲੈਕਟ ਸ਼ਾਇਦ ਇੰਨੇ ਲੈਵਲ ਤੇ ਨਹੀਂ ਹੈਗਾ, ਤੇ ਜਾਂ ਫਿਰ ਉਹ ਉਸ ਨੂੰ ਚੀਜ਼ ਨੂੰ ਮੰਨਣਾ ਨਹੀਂ ਚਾਹੁੰਦੇ, ਜਾਂ ਫਿਰ ਇਸ ਨੂੰ ਮਾਨ ਸਾਹਿਬ ਜੋ ਹੈਗੇ ਆ ਉਸ ਨੂੰ ਉਸੇ ਤਰੀਕੇ ਨਾਲ ਯੂਜ਼ ਕਰਨਾ ਚਾਹ ਰਹੇ ਆ ਜਿਸ ਨਾਲ ਉਹਨਾਂ ਨੂੰ ਆਪਣਾ ਪੋਲੀਟੀਕਲ ਗੇਨ ਹੁੰਦਾ ਹੋਇਆ ਦਿਖਦਾ ਵਾ। ਸੋ ਮੈਨੂੰ ਇਹ ਚੀਜ਼ ਪ੍ਰੋਬਲਮੈਟਿਕ ਲੱਗਦੀ ਹੈ ਕਿ ਜਿੱਥੇ ਰੈਵੋਲੂਸ਼ਨਰੀ ਟੈਰਰਿਸਟ ਕਿਹਾ ਗਿਆ ਵਾ ਤੇ ਉੱਥੇ ਰੈਵੋਲੂਸ਼ਨਰੀ ਟੈਰਰਿਸਟ ਕੋ, ਜੋ ਕਿ ਆਈ ਥਿੰਕ ਉਹ ਵੀ ਗਲਤ ਹੀ ਆ। ਅਗਰ ਇਸ ਨੂੰ ਆਪਾਂ ਬਦਲਣਾ ਚਾਹੀਏ ਤੇ ਬਦਲ ਸਕਦੇ ਆ। ਇਹ ਜਿਹੜੀ ਅੰਗਰੇਜ਼ਾਂ ਦੀ ਜ਼ੁਬਾਨ ਆ ਜੋ ਅਸੀਂ ਲਿਖਦੇ ਆ ਰਹੇ ਆ ਪਿਛਲੇ ਇੰਨੇ ਸਾਲਾਂ ਤੋਂ। ਸੋ ਮੈਨੂੰ ਇਹ ਚੀਜ਼ ਪ੍ਰੋਬਲਮ ਲੱਗਦੀ ਆ। ਈਵਨ ਕਿ ਉਸੇ ਬੁੱਕ ਦੇ ਵਿੱਚ ਚਿਟਗੋਂਗ ਮੂਵਮੈਂਟ ਨੂੰ ਵੀ ਉਹਨਾਂ ਨੇ, ਜਿਹੜਾ ਆਪਣਾ ਚਿਟਗੋਂਗ ਮੂਵਮੈਂਟ ਹੋਈ ਸੀ, ਉਸ ਨੂੰ ਵੀ ਉਹਨਾਂ ਨੇ ਟੈਰਰਿਸਟ ਐਕਟੀਵਿਟੀ ਕਹੀ ਸੀ। ਉਸ ਤੋਂ ਬਾਅਦ ਭਗਤ ਸਿੰਘ ਨੇ ਜਿਨ੍ਹਾਂ ਨੂੰ ਮਾਰਿਆ ਸੀ, ਸੌਂਡਰਸ ਨੂੰ ਮਾਰਿਆ ਸੀ, ਉਹ ਵੀ ਉਹਨਾਂ ਨੇ ਐਕਟ ਆਫ ਟੈਰਰਿਜ਼ਮ ਕਿਹਾ ਸੀ। ਹੁਣ ਇੱਥੇ ਕਈ ਜਣੇ ਕਹਿ ਤੇ ਦਿੰਦੇ ਆ ਕਿ ਮਤਲਬ ਜਿਹੜਾ ਭਗਤ ਸਿੰਘ ਨੇ ਬੜੇ ਇੱਕ ਨਿਰਦੋਸ਼ ਆਦਮੀ ਨੂੰ ਮਾਰ ਦਿੱਤਾ ਸੀ, ਹੈਨਾ, ਕਿ ਇੱਕ ਸੌਂਡਰਸ ਤੇ ਉਸ ਚੀਜ਼ ਦਾ ਜ਼ਿੰਮੇਦਾਰ ਵੀ ਨਹੀਂ ਸੀ, ਬਟ ਉਹਨਾਂ ਨੇ ਮਾਰ ਦਿੱਤਾ ਸੀ। ਬਟ ਇਹ ਚੀਜ਼ਾਂ ਉਹ ਜਿਹੜੇ ਲੋਕ ਹੈਗੇ ਆ ਉਹ ਇਹ ਨਹੀਂ ਦੇਖਦੇ ਕਿ ਭਗਤ ਸਿੰਘ ਨੇ ਮਿਸਟੇਕਨ ਆਇਡੈਂਟੀਟੀ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਸੀ। ਉਹ ਕੋਈ ਇੰਟੈਂਸ਼ਨ ਦੇ ਨਾਲ ਨਹੀਂ ਗਏ ਸੀ ਕਿ ਮੈਨੂੰ ਸੌਂਡਰਸ ਨੂੰ ਹੀ ਮਾਰਨਾ ਵਾ। ਉਹਨਾਂ ਦਾ ਜਿਹੜਾ ਮੇਨ ਟਾਰਗੇਟ ਸੀ ਉਹ ਜੇਮਸ ਸਕੌਟ ਸੀ। ਸੋ ਇੱਥੇ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪਵੇਗਾ ਕਿ ਭਗਤ ਸਿੰਘ ਜਿਹੜੇ ਸੀ ਉਹ ਜਾਣ ਬੁੱਝ ਕੇ ਹੀ ਸੌਂਡਰਸ ਨੂੰ ਮਾਰਨ ਨਹੀਂ ਗਏ ਸੀ। ਸੈਕੰਡਲੀ, ਅਗਰ ਉਹਨਾਂ ਨੂੰ ਇੰਨਾ ਹੀ ਰਿਵੈਂਜ ਲੈਣ ਦੀ ਗੱਲ ਹੁੰਦੀ ਤੇ ਜਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਅਟੈਕ ਕੀਤਾ ਸੀ, ਪਾਰਲੀਮੈਂਟ 'ਚ ਬੰਬ ਸਿੱਟੇ ਸੀ, ਤੇ ਉਹ ਲੀਡਰ ਦੇ ਉੱਤੇ ਵੀ ਸਿੱਟ ਕੇ ਉਹਨਾਂ ਨੂੰ ਮਾਰ ਸਕਦੇ ਸੀ ਜੇ ਇਹੋ ਜਿਹੀ ਉਹਨਾਂ ਦੇ ਵਿੱਚ ਟੈਰਰਿਜ਼ਮ ਵਾਲੀ ਭਾਵਨਾ ਹੁੰਦੀ ਤੇ। ਬਟ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੀ ਭਾਵਨਾ ਨਹੀਂ ਸੀ, ਇਸੇ ਕਰਕੇ ਉਹਨਾਂ ਨੇ ਇੱਕ ਜਿਹੜਾ ਸੇਫ ਏਰੀਆ ਸੀ ਉਹਦੇ ਵਿੱਚ ਹੀ ਉਹਨਾਂ ਨੇ ਬੰਬ ਸਿੱਟਿਆ ਤਾਂ ਜੋ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਸਕੇ। ਬਟ ਗੱਲ ਕੀ ਹੈ ਨਾ ਕਿ ਜਿਹੜੀ ਹਿਸਟਰੀ ਆ ਉਸ ਨੂੰ ਥੋੜਾ ਤੋੜ ਮਰੋੜ ਕੇ ਦਿਖਾਇਆ ਜਾਂਦਾ ਵਾ ਆਪਣੇ ਪੋਲੀਟੀਕਲ ਫਾਇਦੇ ਵਾਸਤੇ। ਸੋ ਮੈਨੂੰ ਇਸ ਚੀਜ਼ ਤੋਂ ਬੜੀ ਹੀ ਪ੍ਰੋਬਲਮ ਹੋ ਰਹੀ ਹੈ। ਇਹ ਮਿਸ ਇਨਫੋਰਮੇਸ਼ਨ ਹੈ, ਪਰ ਇਹਦੇ ਚ ਮੈਂ ਅਗਰ ਸਹੀ ਆਪਾਂ ਗੱਲ ਕਰਨੀ ਹੋਵੇ ਵਿਕਰਮ, ਤਾਂ 1908 ਤੋਂ 10 ਦਾ ਜਿਹੜਾ ਟਾਈਮ ਸੀਗਾ ਜਦੋਂ ਨਾਨ ਕੋਆਪਰੇਸ਼ਨ ਮੂਵਮੈਂਟ ਬਾਅਦ ਵਿੱਚ ਗਾਂਧੀ ਜੀ ਸਟਾਰਟ ਕਰਦੇ, 1919 ਦਾ ਜਿਹੜਾ ਜਲਿਆਂਵਾਲਾ ਮੈਸੇਕਰ ਸੀ ਉਹ ਬਹੁਤ ਇੱਕ ਏਦਾਂ ਦਾ ਟਰਨਿੰਗ ਪੁਆਇੰਟ ਸੀ ਜਿੱਥੋਂ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦਾ ਜਾਣਾ ਦੇਸ਼ ਛੱਡ ਕੇ ਤੈਅ ਹੋ ਚੁੱਕਾ ਸੀ। ਉਸ ਤੋਂ ਬਾਅਦ ਜਿਹੜੇ ਗਾਂਧੀ ਜੀ ਦੀ ਮੂਵਮੈਂਟ ਸੀ ਨਾਨ ਕੋਆਪਰੇਸ਼ਨ, ਜਿਹੜੀ ਟੋਟਲੀ ਅਹਿੰਸਾ ਦੇ ਨਾਲ ਸੀ, ਨਾਨ ਵਾਇਲੈਂਸ ਦੇ ਨਾਲ ਸੀ, ਉਹਦੇ ਨਾਲ ਜਿਹੜੇ ਆਪਣੀ ਨੌਜਵਾਨੀ ਸੀ ਉਹ ਸਹਿਮਤ ਨਹੀਂ ਸੀ। ਉਹਨਾਂ ਨੌਜਵਾਨੀ ਦੇ ਵਿੱਚ ਆਪਣੇ ਭਗਤ ਸਿੰਘ ਜੀ ਵੀ ਆਉਂਦੇ ਸੀ, ਚੰਦਰ ਸ਼ੇਖਰ ਆਜ਼ਾਦ, ਜਿਹੜੇ ਹੋਰ ਵੀ ਬਹੁਤ ਸਾਰੇ ਇੱਥੇ ਨਾਮ ਆ ਸਕਦੇ ਆ ਜਿਹੜੇ ਉਸ ਸਮੇਂ ਦੇ ਭਗਤ ਸਿੰਘ ਜੀ ਦੇ ਨਾਲ ਰਾਜਗੁਰੂ ਸੁਖਦੇਵ ਸਭ ਸੀਗੇ। ਇਸ ਕਰਕੇ ਇੱਕ ਉਹ ਯੂਥ ਮਾਈਂਡ ਦੇ ਵਿੱਚੋਂ ਔਰ ਇੱਕ ਕਾਮਰੇਡ, ਇੱਕ ਜਿਹੜੀ ਕਮਿਊਨਿਸਟ ਵਿਚਾਰਧਾਰਾ ਦਾ ਅਸਰ, ਕਿਉਂਕਿ ਰਸ਼ੀਅਨ ਰੈਵੋਲੂਸ਼ਨ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ। ਰਸ਼ੀਅਨ ਰੈਵੋਲੂਸ਼ਨ ਨੇ ਬਹੁਤ ਵੱਡੀ ਛਾਪ ਛੱਡੀ ਸੀ ਭਗਤ ਸਿੰਘ ਜੀ ਦੀ ਸੋਚ ਦੇ ਉੱਤੇ। ਸੋ ਉਹਨਾਂ ਨੇ ਆਪਣੀ ਜਿਹੜੀ ਨੌਜਵਾਨ ਭਾਰਤ ਸਭਾ ਬਣਾਈ ਹੈ, ਨੌਜਵਾਨ ਭਾਰਤ ਸਭਾ 1926 ਚ, ਮੈਂ ਅਗਰ ਗਲਤ ਨਾ ਹੋਵਾਂ ਤਾਂ ਉਹਨਾਂ ਨੇ ਬਣਾਈ ਆ। ਉਸ ਤੋਂ ਪਹਿਲਾਂ ਇੱਕ ਕੋਕਰੀ ਕਨਸਪਾਇਰੇਸੀ ਕੇਸ ਹੁੰਦਾ ਜਿਹਦੇ ਵਿੱਚ ਇਹੀ ਕਾਮਰੇਡ ਆਪਣੇ ਭਗਤ ਸਿੰਘ ਦੇ ਨਾਲ ਦੇ ਬਿਪਿਨ ਚੰਦਰਾ ਵੀ ਨਾਲ ਹੁੰਦੇ ਆ। ਉਹ ਇੱਕ ਟ੍ਰੇਨ ਲੁੱਟਦੇ ਆ, ਜੋ ਪੈਸਾ ਲੁੱਟਦੇ ਆ, ਕਿਉਂ ਲੁੱਟਦੇ? ਉਹਨਾਂ ਦਾ ਮਕਸਦ ਹੁੰਦਾ ਅਸੀਂ ਹਥਿਆਰ ਲੈਣਾ, ਪਰ ਉਹਨਾਂ ਦਾ ਇੱਥੇ ਹਥਿਆਰ ਲੈਣ ਦਾ ਮਕਸਦ ਪਿਓਰਲੀ ਇਹ ਸੀ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਇਹ ਸੀਗੀ ਕਿ ਅਗਰ ਗੋਰਿਆਂ ਨੂੰ, ਬ੍ਰਿਟਿਸ਼ ਹਕੂਮਤ ਨੂੰ ਇੱਥੋਂ ਭਜਾਉਣਾ ਆ ਤਾਂ ਵੀ ਹੈਵ ਟੂ ਯੂਜ਼ ਵਾਇਲੈਂਸ, ਅਹਿੰਸਾ ਨਾਲ ਇਹ ਵਾਪਰੇਗਾ ਨਹੀਂ। ਪਰ ਬਾਅਦ ਵਿੱਚ ਭਗਤ ਸਿੰਘ ਜੀ ਨੇ ਵੀ ਔਰ ਹੋਰ ਵੀ ਜਿਹੜੇ ਇਸ ਸਮੇਂ ਕਮਿਊਨਿਸਟ ਸੀਗੇ, ਜਿਹੜੇ ਇਸ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਏਦਾਂ ਦੀ ਇੱਕ ਪਾਰਟੀ ਸੀ ਉਹਦੇ ਨਾਲ ਜੁੜੇ ਹੋਏ ਸੀ, ਇਹਨਾਂ ਨੇ ਆਪਣਾ ਬਾਅਦ ਵਿੱਚ ਕਲੈਰੀਫਾਈ ਕੀਤਾ। ਉਹਨਾਂ ਨੇ ਯੂਥ ਨੂੰ ਬਾਅਦ ਵਿੱਚ ਮੈਸੇजेस ਵੀ ਦਿੱਤੇ ਕਿ ਹਥਿਆਰਾਂ ਦਾ, ਪਿਸਟਲ ਦਾ, ਰਿਵਾਲਵਰਾਂ ਦੀ ਡਿਜ਼ਾਇਰ ਨੂੰ ਛੱਡ ਦਿਓ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਇਵੋਲਵ ਹੋ ਚੁੱਕੀ ਸੀ। ਪਰ ਉਹ ਸਮਾਂ ਇਦਾਂ ਦਾ ਸੀ ਜਿਸ ਸਮੇਂ ਦੇ ਵਿੱਚ ਰਸ਼ੀਅਨ ਰੈਵੋਲੂਸ਼ਨ ਵੀ ਸੀ ਔਰ ਉਹਦੇ ਵਿੱਚ ਇਹ ਜਿਹੜਾ ਐਕਟ ਆਫ ਟੈਰਰ ਸੀਗਾ, ਇਹ ਭਗਤ ਸਿੰਘ ਹੁਣਾਂ ਨੇ ਖੁਦ ਵੀ ਲਿਖਿਆ ਕਿ ਅਸੀਂ ਉਸ ਐਕਟ ਆਫ ਟੈਰਰ ਤੋਂ ਮੂਵ ਹੋ ਰਹੇ ਹਾਂ, ਉਹ ਰਾਸਤਾ ਸਹੀ ਨਹੀਂ ਸੀਗਾ। ਸੋ ਉਹ ਉਸ ਸਮੇਂ ਦੀਆਂ ਲੋੜਾਂ ਸੀ। ਮੈਨੂੰ ਨਾ ਇੱਥੇ ਇੱਕ ਭਗਤ ਸਿੰਘ ਜੀ ਦੀ ਨਾ ਮੈਂ ਕੋਟ ਲਿਖ ਕੇ ਵੀ ਰੱਖਿਆ ਵਾ ਕਿ ਜਿੱਦਾਂ ਅੱਜ ਵੀ ਆਪਾਂ ਅਗਰ ਜ਼ਮਾਨੇ ਦੇ ਵਿੱਚ ਗੱਲ ਕਰੀਏ ਤਾਂ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਵਾ ਭਗਤ ਸਿੰਘ ਦੀਆਂ ਮਸਟੈਚ ਤੋਂ, ਉਹਨਾਂ ਦੇ ਸਿਰ ਤੇ ਟੋਪੀ ਜਾਂ ਪੱਗ ਤੋਂ, ਜਾਂ ਉਹਨਾਂ ਨੇ ਹੱਥ 'ਚ ਫੜਿਆ ਰਿਵਾਲਵਰ ਤੋਂ। ਬਟ ਕੋਈ ਵੀ ਇਹ ਨਹੀਂ ਦੇਖਦਾ ਕਿ ਭਗਤ ਸਿੰਘ ਜੇਲ੍ਹ ਜਾਣ ਤੋਂ ਪਹਿਲਾਂ 250 ਬੁੱਕਸ ਪੜ੍ਹ ਚੁੱਕੇ ਸੀ ਐਂਡ ਜੇਲ੍ਹ ਦੇ ਵਿੱਚ ਬੈਠ ਕੇ ਉਹਨਾਂ ਨੇ 300 ਕਿਤਾਬਾਂ ਪੜ੍ਹੀਆਂ ਸੀ। ਇਹ ਚੀਜ਼ ਸਾਡਾ ਯੂਥ ਦੇਖਣਾ ਨਹੀਂ ਚਾਹੁੰਦਾ। ਉਹ ਦੇਖਣਾ ਚਾਹੁੰਦਾ ਕਿ ਹਾਂ ਰੈਵੋਲੂਸ਼ਨ ਜਿਹੜਾ ਕਰਨਾ ਵਾ ਉਹ ਹਥਿਆਰਾਂ ਦੇ ਬੇਸ ਤੇ ਹੀ ਹੋਣਾ ਵਾ, ਪੜ੍ਹਾਈ ਦੇ ਬੇਸ ਤੇ ਨਹੀਂ ਹੋਣਾ। ਭਗਤ ਸਿੰਘ ਜੀ ਤੁਹਾਨੂੰ ਮੈਂ ਇੱਕ ਲਾਈਨ ਦੱਸਦਾ ਵਾਂ, बॉम्ब और पिस्टल से क्रांति नहीं आती, क्रांति की तलवार विचारों की सांस पर तेज होती है। ਸੋ ਇਹਨਾਂ ਨੇ ਇੱਥੋਂ ਦੇਖ ਸਕਦੇ ਆ ਕਿ ਜੋ ਉਹਨਾਂ ਦੀ ਵਿਚਾਰ ਸੀ ਉਹ ਬੌਂਬ ਔਰ ਪਿਸਟਲ ਨਹੀਂ ਸੀ,
ਉਹਨਾਂ ਨੇ ਵਿਚਾਰਾਂ ਦੀ ਗੱਲ ਕੀਤੀ ਸੀ ਕਿ ਵਿਚਾਰਾਂ ਦੇ ਨਾਲ ਕ੍ਰਾਂਤੀ ਆਉਣੀ ਆ। ਸੋ ਉਹੀ ਗੱਲ ਹੋ ਜਾਂਦੀ ਹੈ ਨਾ ਕਿ ਯੂਥ ਆਪਣਾ ਜਿਹੜਾ ਹੈਗਾ ਜਾਂ ਸਾਡੇ ਪੋਲੀਟੀਕਲ ਲੀਡਰਸ ਆ ਉਹ ਉਹੀ ਚੀਜ਼ ਦਿਖਾਉਣਾ ਚਾਹੁੰਦੇ ਆ ਜੋ ਮਤਲਬ ਲੋਕੀ ਦੇਖਣਾ ਚਾਹੁੰਦੇ ਆ। ਵਾਇਲੈਂਸ ਜੋ ਸਾਡੇ ਭਾਵੇਂ ਫਿਲਮਾਂ 'ਚ ਹੋ ਜੇ ਚਾਹੇ ਗਾਣਿਆਂ 'ਚ ਹੋ ਜੇ ਉਸ ਤਰੀਕੇ ਨਾਲ ਆ ਜਾਂਦਾ ਵਾ। ਬਿਲਕੁਲ ਬਿਲਕੁਲ ਵਿਕਰਮ, ਇਹ ਅੱਜ ਦੇ ਸਮੇਂ ਦੇ ਵਿੱਚ ਵੀ ਭਗਤ ਸਿੰਘ ਨੂੰ ਅਗਰ ਆਪਾਂ ਉਹਨਾਂ ਦੀਆਂ ਜਿੰਨੀਆਂ ਵੀ ਹਿੰਦੀ ਮੂਵੀਜ਼ ਉਹਨਾਂ ਤੇ ਬੇਸਡ ਬਣੀਆਂ ਜਾਂ ਗਾਣਿਆਂ ਦੇ ਵਿੱਚ, ਇੱਕ ਗਾਣਾ ਮੈਨੂੰ ਬੜਾ ਯਾਦ ਹੈ, ਉਹਦੇ 'ਚ ਆਪਣਾ ਪੰਜਾਬੀ ਗਾਣਾ ਹੈ ਵੀ ਤੇਰੀ ਫੋਟੋ ਭਗਤ ਸਿੰਘ ਕਦੋਂ ਲੱਗੂ ਨੋਟਾਂ ਤੇ, ਇਸ ਤਰ੍ਹਾਂ ਕਰਕੇ ਉਹ ਗਾਣੇ ਤੇ ਬੋਲ ਸੀਗੇ ਜੀ। ਉਸ ਗਾਣੇ 'ਚ ਵੀ ਭਗਤ ਸਿੰਘ ਜੀ ਨੂੰ ਅੱਜ ਵੀ ਜੇ ਕੋਈ ਵੀ ਗਾਣਾ ਬਣੇ ਤਾਂ ਇਸੇ ਤਰ੍ਹਾਂ ਵਾਇਲੈਂਟ ਫਿਗਰ ਇੱਕ ਮਿਥ ਬਣਾਇਆ ਗਿਆ ਕਿ ਉਹ ਬਹੁਤ ਆਤੰਕ ਨੂੰ ਪਸੰਦ ਕਰਦੇ ਸੀ, ਉਹ ਵਾਇਲੈਂਸ ਨੂੰ ਪਸੰਦ ਕਰਦੇ ਸੀ। ਏਦਾਂ ਨਹੀਂ ਸੀਗਾ। ਉਹਨਾਂ ਨੇ ਬਾਅਦ ਵਿੱਚ ਵੀ ਭਗਤ ਸਿੰਘ ਜੀ ਨਾਲ ਅਗਰ ਆਪਾਂ ਕਿਤਾਬਾਂ ਪੜ੍ਹੀਆਂ ਤਾਂ ਉਹਨਾਂ ਨੇ ਆਪਣੀ ਸੋਚ ਨੂੰ ਸਮੇਂ ਦੇ ਅਕੋਰਡਿੰਗਲੀ ਬਦਲਿਆ ਔਰ ਇੱਕ ਵਿਚਾਰਧਾਰਾ ਨੂੰ ਫੋਲੋ ਕਰਦੇ ਸੀ, ਔਰ ਉਹਨਾਂ ਦੀ ਵਿਚਾਰਧਾਰਾ ਟੋਟਲੀ ਮਾਨਵਤਾਵਾਦੀ ਸੀ। ਉਹ ਕਿਸੇ ਨੂੰ ਮਾਰਨਾ ਨਹੀਂ ਸੀ ਚਾਹੁੰਦੇ ਵਿਦੁਸ਼ੀ ਨੂੰ। ਵੈਸੇ ਵੀ ਮੈਂ ਇੱਕ ਚੀਜ਼ ਬਿਲੀਵ ਕਰਦਾ ਹਾਂ ਕਿ ਹਰ ਟਾਈਮ ਦੇ ਵਿੱਚ ਹਰ ਇੱਕ ਆਦਮੀ ਦੀ ਜਿਹੜੀ ਵਿਚਾਰਧਾਰਾ ਵਾ ਉਹ ਸਮੇਂ ਦੇ ਨਾਲ ਬਦਲਦੀ ਆ। ਜਿੱਦਾਂ ਮੈਂ ਇੱਥੇ ਗਾਂਧੀ ਜੀ ਦੀ ਗੱਲ ਕਰਾਂ, ਗਾਂਧੀ ਜੀ ਦੀ ਜਦੋਂ ਵਿਚਾਰਧਾਰਾ ਸੀ, ਜਦੋਂ ਅਫਰੀਕਾ ਦੇ ਵਿੱਚ ਸੀ, ਜਦੋਂ ਉਹਨਾਂ ਨੂੰ ਟ੍ਰੇਨ ਤੋਂ ਬਾਹਰ ਕੱਢਿਆ ਗਿਆ, ਉਸ ਤੋਂ ਪਹਿਲਾਂ ਦੀ ਵਿਚਾਰਧਾਰਾ ਸੀ ਕਿ ਕਾਸਟਿਸਟ ਸੀ ਉਹ। ਇਸੇ ਕਰਕੇ ਉਹਨਾਂ ਦਾ ਅਫਰੀਕਾ ਦੇ ਵਿੱਚ ਇੱਕ ਕੰਟਰੀ ਦੇ ਵਿੱਚ ਆਈ ਥਿੰਕ ਉਹਨਾਂ ਦਾ ਜਿਹੜਾ ਸਟੈਚੂ ਸੀ ਉਹਨੂੰ ਵੀ ਡਿਮੋਲਿਸ਼ ਕੀਤਾ ਗਿਆ ਸੀ ਲੋਕਾਂ ਦੁਆਰਾ। ਉਹ ਕਾਸਟਿਸਟ ਵਿਚਾਰਧਾਰਾ ਸੀ, ਕਾਸਟ ਸਿਸਟਮ ਨੂੰ ਬਿਲੀਵ ਕਰਦੇ ਸੀ। ਅੰਗਰੇਜ਼ ਉਹਨਾਂ ਨੂੰ ਸੁਪੀਰੀਅਰ ਲੱਗਦੇ ਸੀ ਆਪਣੇ ਤੋਂ, ਬਟ ਜਦੋਂ ਉਹਨਾਂ ਨਾਲ ਖੁਦ ਨਾਲ ਬੀਤੀ ਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਸਮੇਂ ਦੇ ਨਾਲ ਚੇਂਜ ਹੋਈ। ਤੇ ਫਿਰ ਇਸੇ ਕਰਕੇ ਪਹਿਲਾਂ ਉਹਨਾਂ ਨੇ ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਆਪਣਾ ਜੋ ਅੰਦੋਲਨ ਸਟਾਰਟ ਕੀਤੇ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਰਿਟਰਨ ਹੋਇਆ। ਸੋ ਆਪਾਂ ਇਹ ਕਹਿ ਸਕਦੇ ਕਿ ਹਾਂ ਬਿਲਕੁਲ ਇੱਕ ਬੰਦੇ ਦੀ ਵਿਚਾਰਧਾਰਾ ਹਮੇਸ਼ਾ ਇੱਕੋ ਥਾਂ ਤੇ ਸਟਿਲ ਨਹੀਂ ਰਹਿੰਦੀ, ਉਹ ਸਮੇਂ ਦੇ ਨਾਲ ਚੇਂਜ ਹੁੰਦੀ ਰਹਿੰਦੀ ਆ। ਵਿਕਰਮ, ਭਗਤ ਸਿੰਘ ਜੀ ਦੀ ਏਜ ਵੀ ਦੇਖੀਏ ਅਗਰ ਆਪਾਂ ਤਾਂ ਹੀ ਵਾਸ 21 to 23 ਤੇ ਤਾਂ ਉਹਨਾਂ ਨੂੰ ਫਾਂਸੀ ਹੋ ਜਾਂਦੀ ਹੈ। ਸੋ ਇੰਨੀ ਛੋਟੀ ਉਮਰ 'ਚ ਤਾਂ ਇਨਸਾਨ ਦਾ ਦਿਮਾਗ ਓਬਵੀਅਸਲੀ ਇਵੋਲਵ ਹੁੰਦਾ ਹੈ, ਔਰ ਭਗਤ ਸਿੰਘ ਜੀ ਦਾ ਦਿਮਾਗ ਜਿਸ ਲੈਵਲ ਤੇ ਇਵੋਲਵ ਹੋਇਆ ਉਸ ਜਗ੍ਹਾ ਤੇ ਆਪਣੇ ਅੱਜ ਦੇ ਸਿਆਸੀ ਲੀਡਰ ਜਾਂ ਆਪਣੇ ਹੋਰ ਵਿਦਵਾਨ ਪਹੁੰਚ ਨਹੀਂ ਸਕਦੇ। ਬਿਲਕੁਲ, ਇਹ ਗੱਲ ਬਿਲਕੁਲ ਮੈਂ ਮੰਨਦਾ ਤੁਹਾਡੀ, ਬਿਲਕੁਲ ਐਗਰੀ ਕਰਦਾ ਮੈਂ ਤੁਹਾਡੇ ਨਾਲ, ਕਿਉਂਕਿ ਅਗਰ ਆਪਾਂ ਦੇਖਿਆ ਜਾਵੇ ਜਿੰਨੀਆਂ ਉਹਨਾਂ ਨੇ ਬੁੱਕਸ ਪੜ੍ਹੀਆਂ ਵਾ ਜਾਂ ਫਿਰ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈਗੀ ਆ, ਅੱਜ ਕੱਲ੍ਹ ਸਿਰਫ ਇਹਨੂੰ ਰਿਲੇਟ ਕਰਦੇ ਆ ਵਾਇਲੈਂਸ ਦੇ ਨਾਲ। ਬਟ ਅਗਰ ਗੱਲ ਕਰੀਏ ਆਪਾਂ ਭਗਤ ਸਿੰਘ ਦੀ ਜਿਹੜੀ ਬੁੱਕ ਹੈਗੀ ਆ, ਮੈਂ ਉਹ ਪੜ੍ਹੀ ਸੀ ਕਿ ਮੈਂ ਨਾਸਤਿਕ ਕਿਉਂ ਹਾਂ। ਉਸ ਦੇ ਵਿੱਚ ਜਿਸ ਤਰ੍ਹਾਂ ਉਹ ਗੱਲ ਕਰਦੇ ਆ ਸੋਸ਼ਲਿਜ਼ਮ ਦੀ, ਐਥੀਇਜ਼ਮ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਆਪਣੀ ਗੱਲ ਕਰਦੇ ਆ ਇੰਟਰਨੈਸ਼ਨਲਿਜ਼ਮ ਦੀ। ਸੋ ਅਗਰ ਆਪਾਂ ਉਹਨਾਂ ਨੂੰ ਦੇਖੀਏ ਡਿਟੇਲ ਦੇ ਵਿੱਚ, ਡਿਟੇਲ 'ਚ ਜਾਂ ਡੀਪ 'ਚ ਡੈਪਥ 'ਚ ਜਾਈਏ ਤੇ ਉਹ ਬਹੁਤ ਡੂੰਘੀਆਂ ਗੱਲਾਂ ਨੇ ਜੋ ਸਾਡੇ ਸਮਝ ਤੋਂ ਹਜੇ ਪਰੇ ਨੇ ਕੁਝ। ਜਿੱਦਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਉਹਨਾਂ ਨੇ ਇਗੈਲਿਟੇਰੀਅਨ ਨੂੰ ਕਾਫੀ ਪ੍ਰਮੋਟ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਜਾਤ ਹੈਗੀਆਂ, ਤੁਹਾਡੀ ਕਾਸਟ ਹੈਗੀ ਆ, ਤੁਹਾਡੀ ਨਸਲ ਆ ਜਾਂ ਤੁਹਾਡਾ ਕੋਈ ਰਿਲੀਜਨ ਆ, ਇਸ ਨੂੰ ਤੁਸੀਂ ਆਪਣਾ ਇੰਨਾ ਛੋਟਾ ਹਥਿਆਰ ਨਾ ਬਣਾ ਲਿਓ ਕਿ ਸਰਕਾਰਾਂ ਇਹਨਾਂ ਨੂੰ ਯੂਜ਼ ਕਰਕੇ ਤੁਹਾਨੂੰ ਹੀ ਦਬਾ ਦੇਣ। ਤੁਸੀਂ ਪਾਵਰ ਬਣੋ ਕਿ ਸਰਕਾਰਾਂ ਨੂੰ ਮਤਲਬ ਤੁਸੀਂ ਚਲਾ ਸਕੋ, ਨਾ ਕਿ ਸਰਕਾਰਾਂ ਤੁਹਾਨੂੰ ਚਲਾ ਸਕਣ। ਸੋ ਇਹੋ ਜਿਹੀ ਸੋਚ ਰੱਖਣ ਵਾਲੇ ਇਨਸਾਨ ਨੂੰ ਅੱਜ ਟੈਰਰਿਸਟ ਕਿਹਾ ਜਾਂਦਾ ਤੇ ਮੈਨੂੰ ਧਰਮ ਨਾਲ ਬਹੁਤ ਬੁਰਾ ਫੀਲ ਹੁੰਦਾ ਇਸ ਚੀਜ਼ ਬਾਰੇ ਕਿ ਜੋ ਸੋਸ਼ਲਿਜ਼ਮ ਦੀਆਂ ਗੱਲਾਂ ਕਰਦਾ। ਈਵਨ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹਿੰਦੁਸਤਾਨ ਸੋਸ਼ਲ ਰਿਪਬਲਿਕ ਜਿਹੜੀ ਉਹਨਾਂ ਨੇ ਬਣਾਈ ਸੀ, ਐਸੋਸੀਏਸ਼ਨ ਬਣਾਈ ਸੀ, ਉਹਨਾਂ ਨੇ ਵਰਡ ਬਕਾਇਦਾ ਯੂਜ਼ ਕੀਤਾ ਸੀ ਸੋਸ਼ਲਿਸਟ। ਉਹਨਾਂ ਨੇ ਬਕਾਇਦਾ ਇਸੇ ਚੀਜ਼ ਨੂੰ ਲਿਆ ਕੇ ਰੱਖਿਆ ਸੀ ਕਿ ਜਿਹੜੀ ਸਾਡੀ ਹੈਗੀ ਆ ਉਹ ਕੋਈ ਇੰਪੀਰੀਅਲਿਸਟਿਕ ਨਹੀਂ ਹੋਏਗੀ, ਕੋਈ ਇੱਕ ਮੋਨਾਰਕ ਵਾਲੀ ਨਹੀਂ ਹੋਏਗੀ, ਉਹ ਸੋਸ਼ਲਿਸਟ ਹੋਏਗੀ। ਨਹੀਂ, ਆਪਾਂ ਸਿਮਰਨਜੀਤ ਸਿੰਘ ਮਾਨ ਸਾਡੇ ਸਤਿਕਾਰਯੋਗ ਨੇ, MP ਨੇ, ਲੋਕਾਂ ਨੇ ਉਹਨਾਂ ਨੂੰ ਚੁਣਿਆ ਆ, ਜੋ ਸ਼ਾਇਦ ਸਹੁੰ ਚੁੱਕ ਲੈਣਗੇ, MP ਬਣ ਚੁੱਕੇ ਨੇ ਉਹ। ਅਗਰ ਉਹਨਾਂ ਦੇ ਇਹ ਕਮੈਂਟ ਕਰਨ ਤੇ ਆਪਾਂ ਇਹ ਸੋਚੀਏ ਕਿ ਭਗਤ ਸਿੰਘ ਜੀ ਨੂੰ ਉਹਨਾਂ ਨੇ ਟੈਰਰਿਸਟ ਕਿਹਾ ਔਰ ਆਪਾਂ ਸੀਰੀਅਸਲੀ ਲੈ ਜਾਈਏ ਤਾਂ ਵਿਕਰਮ ਫਿਰ ਆਪਾਂ ਵੀ ਉਹੀ ਭੇਡਾਂ ਵਾਲੀ ਰੇਸ 'ਚ ਸ਼ਾਮਿਲ ਹੋ ਰਹੇ ਹਾਂ। ਇੱਥੇ ਆਪਾਂ ਨੂੰ ਜੋ ਪੰਜਾਬ ਦੇ ਯੂਥ ਨੂੰ ਲੋੜ ਹੈ ਉਹ ਹੈਗੀ ਚਰਚਾ ਕਰਨ ਦੀ, ਭਗਤ ਸਿੰਘ ਜੀ ਤੇ ਚਰਚਾ ਕਰਨ ਦੀ, ਉਹਨਾਂ ਦੇ ਵਿਚਾਰਾਂ ਤੇ, ਉਹਨਾਂ ਦਾ ਦੌਰ ਕੀ ਸੀ। ਬੜੀ ਛੋਟੀ ਉਮਰ ਉਹ ਜੀ ਕੇ ਗਏ ਨੇ, ਉਸ ਉਮਰ ਨੂੰ ਆਪਾਂ ਪੜ੍ਹ ਸਕਦੇ ਹਾਂ। ਉਸ ਸਿਮਰਨਜੀਤ ਸਿੰਘ ਮਾਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਦੀ ਆਪਣੀ ਆਈਡੀਓਲੋਜੀ ਕਿੱਥੇ, ਉਹ ਖਾਲਿਸਤਾਨ ਨੂੰ ਫੇਵਰ ਕਰਦੇ ਸੀ ਔਰ ਅੱਜ ਉਹ ਕਿੱਥੇ ਨੇ, ਉਹ ਉਹਨਾਂ ਦੀ ਜਿਹੜੀ ਹੋਰ ਵੀ ਉਹਨਾਂ ਦੀਆਂ ਬਹੁਤ ਵਿਚਾਰਧਾਰਾਵਾਂ ਨੇ ਜੀ। ਅੱਜ ਹੀ ਮੈਂ ਆਹੀ ਬਸ ਇੰਟਰਵਿਊ ਤੋਂ ਪਹਿਲਾਂ ਨਾ ਮੈਂ ਜਸਟ ਦੇਖ ਕੇ ਆ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਸੰਵਿਧਾਨ ਦੀ ਸ਼ਪਥ ਲੈ ਲਈ ਆ ਤੇ ਮੈਨੂੰ ਬੜਾ ਮਤਲਬ ਕੀ ਕਹਾਂ, ਮੇਰੀ ਨਾ ਅਲੱਗ ਮਿਕਸ ਫੀਲਿੰਗ ਸੀ ਕਿ ਇੱਕ ਟਾਈਮ ਤੇ ਮਤਲਬ ਉਹ ਖਾਲਿਸਤਾਨ ਨੂੰ ਸਪੋਰਟ ਕਰ ਰਿਹਾ, ਅੱਜ ਉਸੇ ਕਨਸਟੀਟਿਊਸ਼ਨ ਨੂੰ ਮਨਾ ਕਰ ਰਿਹਾ ਕਿ ਮੈਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦਾ, ਤੇ ਅੱਜ ਉਹ ਉਸੇ ਕਨਸਟੀਟਿਊਸ਼ਨ ਦੀ ਸੌਂ ਖਾ ਕੇ ਪਾਵਰ 'ਚ ਆ ਰਹੇ ਨੇ। ਸਿਮਰਨਜੀਤ ਸਿੰਘ ਦੀ ਤੁਸੀਂ ਪੋਲਿਟਿਕਸ ਦੇਖੋ ਨਾ ਜਾਂ ਉਹਨਾਂ ਦੀ ਜਿੱਤ ਦੇਖੋ, ਉਹ 1989 ਦੇ ਵਿੱਚ ਪਹਿਲੀ ਵਾਰੀ ਜਿੱਤਦੇ ਨੇ, ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਚੁਣਾਵ ਲੜਦੇ ਨੇ, ਧਮਾਕੇਦਾਰ ਜਿੱਤ ਹੁੰਦੀ ਹੈ। ਮੈਕਸਿਮਮ ਨੰਬਰ ਆਫ MPs ਉਹਨਾਂ ਦੇ ਜਿੱਤਦੇ ਆ 89 ਦੇ ਵਿੱਚ। ਈਵਨ ਉਹ ਵੀ MP ਜਿੱਤ ਜਾਂਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਸਿਰਫ ਸਪੋਰਟ ਕੀਤਾ ਹੁੰਦਾ, ਔਰ ਉਸ ਸਮੇਂ ਦੇ ਜਿੰਨੇ MP ਜਿੱਤ ਕੇ ਆਪਣੇ ਪੰਜਾਬੋਂ ਜਾਂਦੇ ਨੇ ਉਹ ਸਾਰੇ ਆਪਾਂ ਕਹਿ ਸਕਦੇ ਹਾਂ ਖਾੜਕੂ ਜਿਹੜਾ ਉਸ ਸਮੇਂ ਦੇ ਘਟਨਾਕ੍ਰਮ ਸੀ ਉਹਨਾਂ ਨਾਲ ਜੁੜੇ ਹੋਏ ਸੀ, ਖਾੜਕੂ ਪਰਿਵਾਰਾਂ ਤੋਂ ਸੀ, ਔਰ ਉਹ ਜਿੱਤ ਕੇ ਜਾਂਦੇ ਨੇ। ਉਸ ਤੋਂ ਬਾਅਦ ਤੁਸੀਂ, ਮੈਂ ਹੁਣੇ ਗੱਲ ਕਰ ਰਹੀ ਹਾਂ ਸਿਮਰਨਜੀਤ ਸਿੰਘ ਮਾਨ ਜੀ ਦੀ ਜਿਹੜੀ ਕਨਫਿਊਜ਼ਨ ਰਹੀ ਹੈ ਜਾਂ ਉਹਨਾਂ ਦਾ ਇੱਕ ਬੜਾ ਡਾਵਾਡੋਲ ਹੁੰਦਾ ਸਟੈਂਡ ਰਿਹਾ ਅੱਜ ਤੱਕ,
1992 ਦੇ ਇਲੈਕਸ਼ਨ ਆਉਂਦੇ ਆ, ਉਹ ਇਲੈਕਸ਼ਨ ਇਹ ਬੈਨ ਕਰ ਦਿੰਦੇ ਆ ਜਦੋਂ ਸਿਮਰਨਜੀਤ ਸਿੰਘ ਮਾਨ ਕੋਲ ਇਹ ਚਾਂਸ ਸੀ, ਇਹ ਓਪਰਚੁਨਿਟੀ ਸੀ ਕਿ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਸਕਦੇ ਸੀ। ਪਰ ਉੱਥੇ ਅੱਜ ਵੀ ਸਪਸ਼ਟੀਕਰਨ ਨਹੀਂ ਹੈਗਾ ਵੀ ਇਹਨਾਂ ਨੇ ਉਹ ਇਲੈਕਸ਼ਨਸ ਬਾਈਕਾਟ ਕਿਉਂ ਕੀਤੇ। ਇਹਦੇ ਵਿੱਚ ਬਾਈਕਾਟ ਕਰਨ ਦਾ ਜੋ ਉਹ ਸਪਸ਼ਟੀਕਰਨ ਦਿੰਦੇ ਆ ਵਿਕਰਮ, ਉਹ ਇਹ ਕਹਿੰਦੇ ਨੇ ਕਿ ਅਸੀਂ ਤਾਂ ਬਾਈਕਾਟ ਕੀਤਾ ਕਿਉਂਕਿ ਜੇ ਸਾਡੀ ਸਰਕਾਰ ਬਣ ਜਾਂਦੀ ਤਾਂ ਸਾਨੂੰ ਬਹੁਤ ਮੁੰਡੇ ਮਾਰਨੇ ਪੈਣੇ ਸੀ ਸਿੱਖਾਂ ਦੇ, ਜਿਵੇਂ ਬੇਅੰਤ ਸਿੰਘ ਨੇ ਮਾਰੇ, ਕਿਉਂਕਿ ਉਸ ਤੋਂ ਬਾਅਦ ਬੇਅੰਤ ਸਿੰਘ ਜੀ ਸੀਐਮ ਬਣੇ ਸੀ। ਸੋ ਇਹਨਾਂ ਦੀ ਐਂਟੀਸਿਪੇਸ਼ਨ ਦੇਖ ਲਓ ਇਹ ਸੀਗੀ ਕਿ ਹਾਂ ਸਾਨੂੰ ਮੁੰਡੇ ਮਾਰਨੇ ਪੈਣੇ ਆ। ਸੋ ਪਹਿਲਾਂ ਤੁਸੀਂ ਇਹੋ ਸਾਰੇ ਇਹ ਮੋਰਚਿਆਂ ਨੂੰ ਪਿੱਛੋਂ ਸਿਆਸਤ ਖੇਡੀ, ਜਿਵੇਂ ਅੱਜ ਦੇ ਸਮੇਂ 'ਚ ਲਾਸ਼ਾਂ ਤੇ ਸਿਆਸਤ ਕਰ ਰਹੇ ਨੇ ਵਿਕਰਮ, ਜਿਵੇਂ ਅੱਜ ਇਹ ਮੜੀਆਂ ਦੀ ਸਵਾਹ ਦੇ ਉੱਤੇ ਸਿਆਸਤ ਕਰ ਰਹੇ ਨੇ। ਇਹ ਪਹਿਲਾਂ ਵੀ ਅਕਾਲੀ ਦਲ ਜਿਹੜੇ ਅਲੱਗ-ਅਲੱਗ ਧੜੇ ਸੀਗੇ ਇਹ 84 ਤੋਂ ਬਾਅਦ ਵੀ ਕਰਦੇ ਰਹੇ ਨੇ। ਇਹਨਾਂ ਨੇ ਉਸ ਸਮੇਂ ਵੀ ਆਪਣੇ ਖਾੜਕੂ ਸਿੰਘਾਂ ਦੇ ਸਿਵਿਆਂ ਦੇ ਉੱਤੋਂ ਸਾਡੇ ਜਿਹੜੇ ਇੰਨੇ ਸਿੰਘ ਮਰੇ ਨੇ, ਸਿੱਖ ਮਰੇ ਨੇ, ਹਿੰਦੂ ਪਰਿਵਾਰਾਂ ਦੇ ਜੀ ਮਰੇ ਨੇ, ਉਹਨਾਂ ਸਾਰਿਆਂ ਦੀ ਇਹਨਾਂ ਨੇ ਸਿਆਸਤ ਕੀਤੀ। ਉਹਨਾਂ ਦੇ ਭੋਗਾਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਸਿਆਸਤ ਨੂੰ ਚਮਕਾਇਆ। ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰ ਦਿੰਦੇ ਆ ਕਿ ਅੱਜ ਕਹਿ ਦਿੰਦੇ ਆ ਕਿ ਅੱਜ ਜਿਹੜਾ SYL ਗਾਣਾ ਵੀ ਆਇਆ ਸੀ, ਵੈਸੇ ਉਹਦੇ ਵਿੱਚ ਵੀ ਕਹਿੰਦੇ ਕਿ ਸਾਨੂੰ ਸਾਡਾ ਹਰਿਆਣਾ ਤੇ ਹਿਮਾਚਲ ਦੇ ਦਿਓ। ਮੈਂ ਕਹਿਣਾ ਚਾਹੁੰਦਾ ਕਿ ਇਹਦੀ ਡਿਮਾਂਡ ਕੀਤੀ ਕਿਹਨੇ ਸੀ ਪਹਿਲਾਂ ਪੰਜਾਬ ਨੂੰ 3 ਟੋਟਿਆਂ 'ਚ ਕਰਨ ਦੀ? ਸਾਡੇ ਪੰਜਾਬੀਆਂ ਨੇ ਕੀਤੀ ਸੀ। ਪੰਜਾਬੀ ਸੂਬਾ ਮੰਗਿਆ ਕਿਹਨੇ ਸੀ? ਤੇ ਹਿਪੋਕ੍ਰੇਸੀ ਨਹੀਂ ਹੋਈ ਤੇ ਸਾਡੀ ਕੀ ਹੋਈ? ਅੱਜ ਸਾਡੇ ਲੀਡਰ ਕਹਿ ਦਿੰਦੇ ਕਿ ਸਾਨੂੰ ਇਹ ਦੇ ਦਿਓ। ਪਹਿਲਾਂ ਇਹਨੇ ਡਿਵਾਈਡ ਕੀਤਾ ਕਿਉਂ? ਪਹਿਲਾਂ ਕਿ ਪੰਜਾਬੀ ਸੂਬਾ ਮੰਗਿਆ ਕਿਹਨੇ ਸੀ? ਅਗਰ ਪੰਜਾਬ ਪਹਿਲਾਂ ਇੱਕ ਹੀ ਸੀ ਤੇ ਯੂਨਿਟੀ ਰਹਿਣ ਦਿੰਦੇ ਨਾ। ਜਸਟ ਬਿਕੋਜ਼ ਕਿ ਜਦੋਂ ਤੁਸੀਂ ਪਾਵਰ 'ਚ ਨਹੀਂ ਆ ਪਾ ਰਹੇ ਹੋ, ਕਿਉਂਕਿ ਤੁਹਾਡੇ ਕੋਲ ਉਹ ਬੇਸ ਨਹੀਂ ਬਣ ਰਿਹਾ ਸੀ, ਮੈਜੋਰਿਟੀ ਆਫ ਪੰਜਾਬੀ ਜਿਹੜੇ ਸਿੱਖਸ ਦਾ ਬਣ ਨਹੀਂ ਰਿਹਾ ਸੀ, ਤੁਸੀਂ ਉਹਨੂੰ ਪਹਿਲਾਂ ਡਿਵਾਈਡ ਕਰਤਾ। ਹੁਣ ਤੁਹਾਨੂੰ ਪੋਲਿਟਿਕਸ ਵਿੱਚ ਕੁਝ ਦਿਖ ਨਹੀਂ ਰਿਹਾ ਤੇ ਤੁਸੀਂ ਹੁਣ ਇਸੇ ਬੇਸ ਤੇ ਫਿਰ ਪੋਲਿਟਿਕਸ ਕਰ ਰਹੇ ਹੋ ਕਿ ਆਹ ਸਭ ਚੀਜ਼ਾਂ ਸਾਨੂੰ ਵਾਪਸ ਚਾਹੀਦੀਆਂ ਨੇ। ਨਹੀਂ, ਇੱਕ ਇਹਦੇ 'ਚ ਮੇਰਾ ਵਿਊ ਪੁਆਇੰਟ ਥੋੜਾ ਅਲੱਗ ਹੈ ਵਿਕਰਮ, ਮੈਂ ਉਹ ਉੱਥੇ ਜ਼ਰੂਰ ਤੁਹਾਡੇ ਨਾਲ ਇੱਥੇ ਦੱਸਣਾ ਚਾਹੂੰਗੀ। ਮੈਂ ਪੰਜਾਬੀ ਸੂਬਾ ਮੂਵਮੈਂਟ ਜਿਹੜੀ ਸੀਗੀ, ਮੈਂ ਉਹਦੀ ਸਪੋਰਟ ਦੇ ਵਿੱਚ ਕਾਈਂਡ ਆਫ ਹੈਗੀ ਆ। ਦ ਵੇ ਆਈ ਵੈਂਟ ਥਰੂ ਹਿਸਟਰੀ, ਮੈਂ ਦੇਖਿਆ ਤਾਂ ਮੈਨੂੰ ਲੱਗਾ ਕਿ ਇਹ ਜ਼ਰੂਰਤ ਸੀ ਉਸ ਸਮੇਂ ਦੀ। ਪਰ ਉਹ ਜਿਹੜੀ ਵੰਡ ਹੋਈ ਆ ਪੰਜਾਬ ਦੀ, ਉਹ ਕਾਣੀ ਵੰਡ ਹੋਈ ਆ, ਔਰ ਉਸ ਕਾਣੀ ਵੰਡ ਤੇ ਇਹੀ ਅਕਾਲੀ ਦਲ ਜਿਹਨੇ ਬਹੁਤ ਵੱਡਾ ਸੰਘਰਸ਼ ਲੜਿਆ, ਉਹਨਾਂ ਨੇ ਕੰਪਰੋਮਾਈਜ਼ ਕੀਤਾ। ਇਸੇ ਤਰ੍ਹਾਂ ਜਿਹੜਾ ਧਰਮ ਯੁੱਧ ਮੋਰਚਾ ਬਾਅਦ ਵਿੱਚ ਬਹੁਤ ਵੱਡਾ ਬਣਦਾ ਆ, ਬਾਅਦ ਵਿੱਚ ਉਹ ਵਾਇਲੈਂਟ ਵੀ ਟਰਨ ਆਊਟ ਹੁੰਦਾ ਆ, 84 ਹੁੰਦੀ ਆ। 84 ਤੋਂ ਬਾਅਦ ਵੀ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਹੁੰਦਾ ਆ, ਉਹਦੇ ਵਿੱਚ ਬਹੁਤ ਏਦਾਂ ਦੀਆਂ ਜਗ੍ਹਾ ਤੇ ਆਪਾਂ ਈਜ਼ੀਲੀ ਵੀ ਕੈਨ ਸੇ ਕਿ ਕੰਪਰੋਮਾਈਜ਼ ਕੀਤਾ। ਜਿਹੜਾ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਸੀ, ਉਹ ਪੰਜਾਬ ਦੇ ਹਿੱਤ ਇੱਕ ਤਰ੍ਹਾਂ ਦੇ ਨਾਲ ਥਾਲੀ 'ਚ ਸਜਾ ਕੇ ਅਕਾਲੀ ਦਲ ਦੇ ਲੀਡਰਾਂ ਨੇ ਖੁਦ ਸੈਂਟਰ ਨੂੰ ਦੇ ਦਿੱਤੇ। ਜਦ ਕਿ ਅਕਾਲੀ ਦਲ ਦਾ ਜਿਹੜਾ ਪ੍ਰੋਟੈਸਟ ਸਾਰਾ ਸਟਾਰਟ ਹੋਇਆ ਸੀ ਪੰਜਾਬੀ ਸੂਬਾ ਨੂੰ ਜਾਂ ਆਫਟਰ ਪੰਜਾਬੀ ਸੂਬਾ, ਦੈਟ ਵਾਸ ਅਬਾਊਟ ਫੈਡਰਲਿਜ਼ਮ, ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ। ਅਕਾਲੀ ਦਲ ਐਮਰਜੈਂਸੀ ਦੇ ਦੌਰਾਨ ਵੀ ਵਿਕਰਮ ਜੀ ਇੱਕ ਸਿਰਫ ਓਨਲੀ ਪਾਰਟੀ ਸੀ ਪੂਰੇ ਇੰਡੀਆ 'ਚ, ਅਕਾਲੀ ਦਲ, ਜਿਹੜੀ ਸੰਘਰਸ਼ ਕਰਦੀ ਸੀ, ਜਿਨ੍ਹਾਂ ਨੇ ਇੰਦਰਾ ਗਾਂਧੀ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰੋਪਰ, ਆਪਾਂ ਪੰਜਾਬੀ 'ਚ ਕਹੀਏ ਤਾਂ ਮੱਥਾ ਡੰਮਿਆ ਸੀਗਾ ਵੀ ਅਸੀਂ ਚੁੱਪ ਨਹੀਂ ਬੈਠਾਂਗੇ, ਸਾਡੇ ਹੱਕਾਂ ਦਾ ਘਾਣ ਹੋ ਰਿਹਾ ਇਸ ਐਮਰਜੈਂਸੀ ਦੇ ਵਿੱਚ। ਇਹ ਅਕਾਲੀ ਦਲ ਸੀ। ਬਟ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਖੁਦ ਇੱਕ ਇਹ ਜਿਹੜੀ ਸਮਝੌਤੇ ਕਰਨ ਦੀ ਉਹਨਾਂ ਦੀ ਕੈਪੈਸਿਟੀ ਸੀ। ਇਹਨਾਂ ਨੇ ਖਾੜਕੂ ਸਿੰਘ ਜਿਹੜੇ ਅੱਜ ਆਪਣੇ ਸਾਬਕਾ ਖਾੜਕੂ ਸਿੰਘ ਹੈਗੇ ਨੇ, ਜਾਂ ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਦੇਖ ਲਓ, ਸਿਰਫ ਔਰ ਸਿਰਫ ਉਹਦੇ ਤੇ ਸਿਆਸਤ ਕਰਦੇ ਆ, ਆਪਣੀਆਂ ਵੋਟਾਂ ਲੈਣ ਦੀ ਖਾਤਰ ਵਰਤਦੇ ਆ। ਜਿਹੜਾ ਪੰਜਾਬੀ ਸੂਬਾ ਮੂਵਮੈਂਟ ਆ ਨਾ, ਅਗਰ ਮੈਂ ਆਪਣੀ ਗੱਲ ਕਰਾਂ, ਮੈਂ ਬਿਲਕੁਲ ਸਪੋਰਟ ਕਰਦਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਸਪੋਰਟ ਨਹੀਂ ਕਰਦਾ, ਮੈਂ ਬਿਲਕੁਲ ਸਪੋਰਟ ਕਰਦਾ। ਬਟ ਉਹ ਜਿਹੜੇ ਮੂਵਮੈਂਟ ਨੂੰ ਮੈਂ 3-4 ਡਿਫਰੈਂਟ ਐਂਗਲ ਤੋਂ ਦੇਖਣਾ ਚਾਹਾਂਗਾ। ਇੱਕ ਦੇਖਣਾ ਚਾਹਾਂਗਾ ਪੰਜਾਬੀ ਕਲਚਰ ਨੂੰ, ਇੱਕ ਪੰਜਾਬੀ ਲੈਂਗੁਏਜ ਨੂੰ, ਤੇ ਉਸ ਟਾਈਮ ਦੇ ਸੋਸ਼ਲ ਜਿਹੜਾ ਹੈਗਾ ਸਟਰਕਚਰ ਸੀ ਸਾਡੇ ਸੋਸਾਇਟੀ ਦਾ, ਉਹਨੂੰ। ਕਿਉਂਕਿ ਆਈ ਬਿਲੀਵ ਕਿ ਕੋਈ ਵੀ ਮੂਵਮੈਂਟ ਹੁੰਦਾ ਵਾ, ਉਹਦੇ ਵਿੱਚ ਸਮਾਜ ਦਾ ਜਿਹੜਾ ਸੋਸ਼ਲ ਸਟਰਕਚਰ ਹੁੰਦਾ ਨਾ, ਉਹਦੀ ਉਸ ਟਾਈਪ ਮਤਲਬ ਕੈਪੈਸਿਟੀ ਕੀ ਹੁੰਦੀ ਆ ਆਪਣੇ ਆਪ ਨੂੰ ਲੁੱਕ ਆਊਟ ਕਰਨ ਦੀ, ਉਹ ਬੜਾ ਵੱਡਾ ਰੋਲ ਪਲੇ ਕਰਦੀ ਆ। ਸੋ ਆਈ ਥਿੰਕ ਇਹ ਡਿਬੇਟ ਇੱਕ ਬੜੀ ਵੱਡੀ ਡਿਬੇਟ ਹੁੰਦੀ ਆ ਕਿ ਅਗਰ ਪੰਜਾਬੀ ਸੂਬੇ ਦੀ ਗੱਲ ਕਰੀਏ, ਉਹ ਇੱਕ ਡਿਫਰੈਂਟ ਟੌਪਿਕ ਚੱਲ ਜਾਏਗਾ, ਹੈ ਨਾ। ਉਹ ਬਹੁਤ ਵੱਡਾ ਡਿਫਰੈਂਟ ਟੌਪਿਕ, ਆਪਾਂ ਕਦੀ ਕਰ ਸਕਦੇ ਹਾਂ। ਅੱਜ ਆਪਾਂ ਸਿਰਫ ਭਗਤ ਸਿੰਘ ਤੇ ਰਵਾਂਗੇ ਕਿ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈਗੀ ਆ, ਇਹ ਆ ਕੀ ਰਹੀ ਆ, ਤਾਂ ਸੋਰਸ ਕੀ ਆ ਵਾ। ਲਾਈਕ ਇੱਕ ਸੋਰਸ ਤੇ ਮੈਨੂੰ ਜਸਟ ਹਜੇ ਕੱਲ ਹੀ ਪਤਾ ਲੱਗਾ ਵਾ, ਆਈ ਥਿੰਕ ਕੱਲ ਹੀ, ਸੌਰੀ 2-3 ਦਿਨ ਪਹਿਲਾਂ ਹੀ ਪਤਾ ਲੱਗਾ ਵਾ ਕਿ ਜੇਲ੍ਹ ਚਿੱਠੀਆਂ ਨਾਮ ਦੀ ਕਿਤਾਬ ਆ ਭਾਈ ਰਣਧੀਰ ਸਿੰਘ। ਮੈਂ ਉਹਦੀ ਬੁੱਕ ਪੜ੍ਹੀ ਨਹੀਂ ਆ, ਬਟ ਮੈਨੂੰ ਪਤਾ ਲੱਗਾ ਕਿ ਇਸ ਦੇ ਵਿੱਚ ਕਾਫੀ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਗਈ ਆ ਭਗਤ ਸਿੰਘ ਜੀ ਹੋਰਾਂ ਦੀ। ਮੈਂ ਇਹ ਕਿਤਾਬ ਨੂੰ ਪੜ੍ਹਿਆ ਨਹੀਂ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹਦੇ 'ਚ ਆਪਣਾ ਇੱਕ ਜੋ ਮੈਂ ਇਨੀਸ਼ੀਅਲ ਟੇਕ ਲੈ ਸਕਦੀ ਹਾਂ, ਉਹ ਇਹ ਹੈ ਕਿ ਆਪਣੀ ਜਿਹੜੀ ਪੋਲਿਟਿਕਸ ਉਹ ਵੀ ਬੜੀ ਵੰਡੀ ਹੋਈ ਹੈ। ਕਮਿਊਨਿਸਟ ਵਿਚਾਰਧਾਰਾ ਵੀ ਆਪਣੇ ਕੋਲ ਹੈਗੀ ਆ, ਚਾਹੇ ਹੁਣ ਉਹ ਸੱਤਾ ਤੋਂ ਬਹੁਤ ਦੂਰ ਨੇ, ਲੇਕਿਨ ਕੁਝ ਐਦਾਂ ਦੀਆਂ ਫੋਰਸਿਸ ਹੈਗੀਆਂ ਆ ਜਿਹੜੀਆਂ ਇਤਿਹਾਸ ਨੂੰ
ਤਰੋੜ ਮਰੋੜ ਕੇ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਫਾਇਦੇ ਦੇ ਲਈ ਐਨਾਲਾਈਜ਼ ਕਰਕੇ ਲੋਕਾਂ ਨੂੰ ਛਾਪ ਕੇ ਵੇਚ ਰਹੀਆਂ ਨੇ। ਸੋ ਦੈਟ ਮਾਈਟ ਬੀ ਇਨ ਦ ਬੁੱਕ। ਮੈਂ ਉਸ ਕਿਤਾਬ ਨੂੰ ਨਹੀਂ ਪੜ੍ਹਿਆ, ਹੋ ਸਕਦਾ ਇਸ ਕਿਤਾਬ ਦੇ ਵਿੱਚ ਕੁਝ ਏਦਾਂ ਦੀ ਚੀਜ਼ ਹੋਵੇ, ਕਿਉਂਕਿ ਮੈਂ ਜਦੋਂ ਭਗਤ ਸਿੰਘ ਜੀ ਦੀ ਜੇਲ੍ਹ ਬੁੱਕ ਪੜ੍ਹੀ ਹੈ ਤਾਂ ਮੈਂ ਜਿਹੜੇ ਉਹਨਾਂ ਦੇ ਪਰਿਵਾਰ ਵੱਲੋਂ ਛਾਪੀ ਗਈ ਹੈ ਮੈਂ ਉਹਨੂੰ ਆਥੈਂਟਿਕ ਮੰਨਿਆ, ਮੈਂ ਉਹਨੂੰ ਸਭ ਤੋਂ ਵੱਧ ਇੰਪੋਰਟੈਂਸ ਦੇ ਕੇ ਉਹਨੂੰ ਪੜ੍ਹਿਆ ਹੈ। ਸੋ ਹੋ ਸਕਦਾ ਇਸ ਕਿਤਾਬ ਦੇ ਪਿੱਛੇ ਕੋਈ ਏਦਾਂ ਦੀ ਚਰਚਾ ਹੋਵੇ। ਪਰ ਵਿਕਰਮ, ਮੈਨੂੰ ਲੱਗਦਾ ਕਿ ਜਿਹੜਾ ਭਗਤ ਸਿੰਘ ਜੀ ਨੂੰ ਟੈਰਰਿਸਟ ਕਹਿਣਾ ਆ, ਇਹ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਜਿਹੜੀ ਇਹ ਚੀਜ਼ ਸ਼ੁਰੂ ਕੀਤੀ ਗਈ ਹੈ, ਮੈਨੂੰ ਏਦਾਂ ਲੱਗਦਾ ਹੈ ਕਿ ਆਪਣੇ ਯੂਥ ਨੂੰ, ਆਪਣੀ ਨੌਜਵਾਨੀ ਨੂੰ ਜਿਹੜੀ ਪੋਲੀਟੀਕਲ ਤੌਰ ਤੇ ਵੀ ਖਲਾ ਦੇ ਵਿੱਚ ਆ, ਸਿਆਸੀ ਤੌਰ ਤੇ ਵੀ ਉਹਨਾਂ ਕੋਲ, ਸੋਸ਼ਲ ਤੌਰ ਤੇ, ਸਮਾਜਿਕ ਤੌਰ ਤੇ ਵੀ ਉਹਨਾਂ ਕੋਲ ਕੁਝ ਨਹੀਂ ਹੈਗਾ, ਕੋਈ ਰੈਪੂਟੇਟਡ ਜ਼ਿੰਦਗੀ ਜੀਣ ਦੇ ਲਈ ਉਹਨਾਂ ਕੋਲ ਨੌਕਰੀ ਨਹੀਂ ਆ, ਆਪਣੇ ਘਰ ਨਹੀਂ ਆ, ਆਪਣੀਆਂ ਕਨਵਿੰਸਸ ਨਹੀਂ ਆ, ਅਦਰ ਲਗਜ਼ਰੀਜ਼ ਜੋ ਚਾਹੀਦੀਆਂ ਉਹ ਨਹੀਂ ਹੈਗੀਆਂ, ਕੈਨੇਡਾ ਦੇ ਸੁਪਨੇ, ਅਮਰੀਕਾ ਦੇ ਸੁਪਨੇ ਆ, ਬਸ ਸਿਰਫ ਔਰ ਸਿਰਫ ਉਹਨਾਂ ਨੂੰ ਕਰਾਹੇ ਪਾਉਣ ਦੀ ਕੋਸ਼ਿਸ਼ ਹੈ। ਸਿਮਰਨਜੀਤ ਸਿੰਘ ਮਾਨ ਨੂੰ ਅਗਰ ਆਪਾਂ ਦੇਖੀਏ ਤਾਂ ਉਹਨਾਂ ਦੀ ਜਿੱਤ ਵੀ ਜਿਹੜੀ ਹੋਈ ਹੈ ਸੰਗਰੂਰ ਇਲੈਕਸ਼ਨਾਂ ਦੇ ਵਿੱਚ, MP ਇਲੈਕਸ਼ਨਾਂ ਦੇ ਵਿੱਚ, ਉਹ ਸਿਰਫ ਔਰ ਸਿਰਫ ਉਹਨਾਂ ਨੂੰ ਸਿੰਪਥੀ ਵੋਟ ਮਿਲਿਆ। ਦੀਪ ਸਿੱਧੂ ਦਾ ਫੈਕਟਰ ਪਲੇਡ ਐਂਡ ਦੈਨ ਸਿੱਧੂ ਮੂਸੇਵਾਲੇ ਦੀ ਅਨਟਾਈਮਲੀ ਐਂਡ ਬਰੂਟਲ ਡੈਥ, ਉਹਨਾਂ ਨੂੰ ਕੈਸ਼ ਕੀਤਾ ਇਹਨਾਂ ਨੇ। ਉਸੇ ਗੱਲ ਹੈ ਨਾ, ਉਸੇ ਟਾਈਮ ਦੇ ਵਿੱਚ ਆਪਾਂ ਅਗਰ ਦੇਖੀਏ ਤੇ ਭਗਵੰਤ ਮਾਨ ਦਾ ਵੀਕ ਹੋਣਾ ਉਸੇ ਏਰੀਆ ਦੇ ਵਿੱਚ ਇਹ ਬੜਾ ਵੱਡਾ ਪਲੇ ਕਰਦਾ ਰੋਲ, ਜਿਹੜਾ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਵਿਕਟਰੀ ਦਾ। ਪਰ ਇਹ ਹੈ ਕਿ ਪਿਛਲਾ ਜਿਹੜਾ ਭਗਤ ਸਿੰਘ ਨੂੰ ਟੈਰਰਿਸਟ ਦੱਸਣਾ, ਇਹਦਾ ਕਾਰਨ ਵਿਕਰਮ ਸਿਰਫ ਇਹੀ ਹੈ ਕਿ ਆਪਣੇ ਯੂਥ ਨੂੰ ਨਾ ਮੌਬ ਬਣਾਉਣਾ ਹੈ, ਇੱਕ ਭੀੜ ਬਣਾਉਣਾ ਹੈ, ਲੋਕਾਂ ਨੂੰ ਕੁਰਾਹੇ ਪਾ ਦੇਣਾ ਆਪਣੇ ਯੂਥ ਨੂੰ ਕਿ ਉਹ ਕੋਈ IAS ਨਾ ਬਣ ਜਾਣ, ਕੋਈ ਕੱਲ ਬਿਊਰੋਕ੍ਰੇਸੀ ਚ ਨਾ ਜਾਣ, ਜਾਂ ਕੋਈ ਅੱਗੇ ਨਾ ਵੱਧ ਜਾਣ। ਸਿਰਫ ਔਰ ਸਿਰਫ ਕੁਰਾਹੇ ਪਾ ਕੇ ਇੱਕ ਫੋਕੀ ਜਿਹੜੀ ਪੋਪੂਲਿਸਟ ਜਿਹੜੀ ਪੋਲਿਟਿਕਸ ਆ ਉਹ ਕਰਨੀ ਆ, ਆਪਣੀ ਸਿਆਸੀ ਦੁਕਾਨਦਾਰੀ ਚਲਾਉਣੀ ਆ, ਇਸ ਤੋਂ ਵੱਧ ਕੋਈ ਮਤਲਬ ਨਹੀਂ ਹੈਗਾ। ਜੀ ਪੰਜਾਬ ਦੇ ਵਿੱਚ ਮੈਂ ਸਿਰਫ ਇਹੀ ਚੀਜ਼ ਦੇਖਦਾ ਕਿ ਪੰਜਾਬ ਦੇ ਵਿੱਚ ਨਾ ਕਿ ਲਾਈਕ ਪੜ੍ਹਾਈ ਵੱਲ ਕੋਈ ਗੱਲ ਨਹੀਂ ਕਰਦਾ। ਅਗਰ ਅੱਜ ਵੀ ਹੁਣ ਮੈਂ ਆਹ ਵੀਡੀਓ ਅਪਲੋਡ ਕਰਾਂਗਾ, ਇਸ ਤੋਂ ਬਾਅਦ ਮੈਨੂੰ ਬਹੁਤ ਗਾਲਾਂ ਪੈਣੀਆਂ, ਮੈਨੂੰ ਪਤਾ ਵਾ, ਐਂਡ ਆਈ ਰੀਅਲੀ ਡੋਂਟ ਕੇਅਰ ਕਿ ਮੈਨੂੰ ਗਾਲਾਂ ਪੈਣਗੀਆਂ, ਕਿਉਂਕਿ ਹੁਣ ਜਿਹੜੇ ਉਹਨਾਂ ਦੇ ਭਗਤ ਹੋਣਗੇ ਉਹ ਆਉਣਗੇ, ਠੀਕ ਆ, ਉਹਨਾਂ ਨੇ ਆਪਣੀ ਇੱਕ ਵਿਚਾਰਧਾਰਾ ਬਣਾ ਲਈ ਹੋਈ ਆ। ਮੈਂ ਸਿੰਪਲੀ ਹੁਣ ਜਿੱਦਾਂ ਮੈਂ ਅੱਗੇ ਵੀ ਵੀਡੀਓ ਪਾਉਣਾ ਵਾ, ਉਸ ਦੇ ਵਿੱਚ ਕੀ ਹੁੰਦਾ, ਅਗਰ ਸਪੋਜ਼ ਮੈਂ ਸੈਂਟਰਲ ਦੀ ਕਿਸੇ ਗਵਰਨਮੈਂਟ ਦੀ ਕਿਸੇ ਪਾਲਿਸੀ ਨੂੰ ਮਤਲਬ ਵਧੀਆ ਕਰਦਾ ਕਿ ਹਾਂ ਮੈਨੂੰ ਅਪਰੀਸ਼ੀਏਟ ਕਰਦਾ ਕਿ ਇਹ ਬਹੁਤ ਵਧੀਆ ਲੱਗੀ ਮੈਨੂੰ ਇਹ ਪੁਆਇੰਟ, ਮੈਨੂੰ ਕਹਿਣਗੇ ਤੂੰ ਮੋਦੀ ਭਗਤ ਆ, ਠੀਕ ਆ। ਅਗਰ ਸਪੋਜ਼ ਮੈਂ ਕਿਸੇ ਆਮ ਆਦਮੀ ਪਾਰਟੀ ਦਾ ਕਹਤਾ ਤੂੰ ਆਮ ਆਦਮੀ ਦਾ ਭਗਤ ਆ। ਹੁਣ ਅਗਰ ਮੈਂ ਸਿਮਰਜੀਤ ਸਿੰਘ ਮਾਨ ਦੇ ਬਾਰੇ ਕੁਝ ਤਰਫ ਬੋਲਾਂ ਜਾਂ ਖਿਲਾਫ ਬੋਲਾਂ ਤੇ ਉਹਨਾਂ ਨੇ ਕਹਿਣਾ ਤੂੰ ਖਾਲਿਸਤਾਨੀ ਆ। ਇੱਥੇ ਹੀ ਮੈਂ ਆਈ ਥਿੰਕ ਲੋਕ, ਮੈਨੂੰ ਲੱਗਦਾ ਕਿ ਸਾਡੇ ਲੋਕ ਨਾ ਕ੍ਰਿਟੀਕਲੀ ਹੋ ਕੇ ਸੋਚਦੇ ਹੀ ਨਹੀਂ ਕਦੀ ਵੀ ਇਹ ਨਹੀਂ ਹੋ ਸਕਦਾ ਕਿ ਬੰਦਾ ਤੁਹਾਡੇ ਅਗੇਂਸਟ ਹੀ ਹੋਵੇ, ਬੰਦੇ ਨੂੰ ਤੁਹਾਡੇ ਕਈ ਪੁਆਇੰਟਸ ਚੰਗੇ ਵੀ ਲੱਗਦੇ ਹੋਣਗੇ, ਬਟ ਇੱਕ ਫਾਈਨ ਲਾਈਨ ਆ, ਤੁਸੀਂ ਉਹਨੂੰ ਰਿਕਗਨਾਈਜ਼ ਕਰੋ ਉੱਥੇ। ਅਗਰ ਸਪੋਜ਼ ਉਹ ਦੋਵੇਂ ਬੰਦੇ ਦੀ ਗੱਲ ਕਰ ਰਿਹਾ ਤਾਂ ਇੱਕ ਫਾਈਨ ਲਾਈਨ ਤੇ ਖੜਾ ਵਾ, ਬਟ ਸਾਡੇ ਲੋਕ ਕਹਿੰਦੇ ਜਾਂ ਫਿਰ ਤੁਸੀਂ ਸਾਡੇ ਵੱਲ ਹੋ ਜਾਂ ਤੁਸੀਂ ਟੋਟਲੀ ਓਪੋਜ਼ਿਟ ਹੋ ਜਾਓ, ਕਿਉਂਕਿ ਅਗਰ ਤੁਸੀਂ ਸਾਡੇ ਵੱਲ ਹੋਗੇ ਤਾਂ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਜੇ ਤੁਸੀਂ ਸਾਡੇ ਓਪੋਜ਼ਿਟ ਹੋਗੇ ਤੁਹਾਨੂੰ ਸਿਰਫ ਅਬਿਊਜ਼ ਕਰਾਂਗੇ, ਦੈਟਸ ਇਟ। ਤੇ ਇਹੀ ਮੈਂਟੈਲਿਟੀ ਆ ਜੋ ਸਾਨੂੰ ਦਿਖਾ ਰਹੀ ਹੈ ਕਿ ਭਗਤ ਸਿੰਘ ਨੂੰ ਬਾਰ-ਬਾਰ ਟੈਰਰਿਸਟ ਕਿਹਾ ਜਾ ਰਿਹਾ ਵਾ। ਮੈਂ ਈਵਨ ਪੋਸਟ ਵੀ ਪਾਈਆਂ ਸੀ ਆਪਣੇ ਸੋਸ਼ਲ ਮੀਡੀਆ ਤੇ ਕਿ ਭਗਤ ਸਿੰਘ ਟੈਰਰਿਸਟ ਨਹੀਂ ਹੈਗਾ, ਤੇ ਮੈਨੂੰ ਬਹੁਤ ਗਾਲਾਂ ਪੈ ਰਹੀਆਂ ਮੇਰੇ ਜਿਹੜੇ ਫੇਸਬੁੱਕ ਪੋਸਟ ਤੇ, ਉੱਥੇ ਗਾਲਾਂ ਦੇ ਰਹੇ ਲੋਕੀ ਕਿ ਤੂੰ ਮਤਲਬ ਇਹਨੂੰ ਭਗਤ ਸਿੰਘ ਨੂੰ ਕਿੱਦਾਂ ਟੈਰਰਿਸਟ ਨਹੀਂ ਕਹਿ ਸਕਦਾ। ਲਾਈਕ ਆਈ ਡੋਂਟ ਨੋ ਕਿ ਮਤਲਬ ਕੀ ਹੋ ਗਿਆ ਲੋਕਾਂ ਨੂੰ। ਇਹਦੇ ਪਿਛਲਾ ਕਾਰਨ ਸਿਰਫ ਵਿਕਰਮ ਇਹੀ ਆ ਕਿ ਇਹ ਯੂਥ ਨੂੰ ਅੰਧ ਭਗਤ ਬਣਾਉਣਾ ਚਾਹੁੰਦੇ ਆ, ਇਹ ਪੋਲਰਾਈਜ਼ ਕਰਨਾ ਚਾਹੁੰਦੇ ਆ, ਪੰਜਾਬ ਦੀ ਜਵਾਨੀ ਨੂੰ ਧੜਿਆਂ ਦੇ ਵਿੱਚ ਵੰਡਣਾ ਚਾਹੁੰਦੇ ਆ ਤਾਂ ਕਿ ਉਹ ਧੜਿਆਂ ਦੀ ਸਿਆਸਤ ਕਰਨੀ ਸੌਖੀ ਹੋ ਜਾਵੇ ਇਹਨਾਂ ਨੂੰ। ਇਸ ਤੋਂ ਵੱਧ ਇਹਨਾਂ ਦਾ ਕੋਈ ਮੰਤਵ ਨਹੀਂ ਹੈ ਇਹਦੇ ਵਿੱਚ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਕਈ ਜਿਹੜੇ ਹੈਗੇ ਲੀਡਰ ਕਹਿ ਦਿੰਦੇ ਕਿ ਭਗਤ ਸਿੰਘ ਨੇ ਸਿੱਖਾਂ ਵਾਸਤੇ ਕੁਝ ਨਹੀਂ ਕੀਤਾ ਸੀ, ਉਹਨੇ ਦੇਸ਼ ਆਜ਼ਾਦ ਕਰਾਇਆ ਤੇ ਇੰਡੀਆ ਕਰਾਇਆ, ਉਹਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ। ਆਈ ਥਿੰਕ ਪੰਜਾਬ ਨਾਲ ਦੀ ਉਦੋਂ ਕੋਈ ਚੀਜ਼ ਨਹੀਂ ਸੀ ਨਾ। ਆਪਾਂ ਅਗਰ ਦੇਖਿਆ ਜਾਵੇ ਸਾਰੇ ਰਿਆਸਤਾਂ ਵੰਡੀਆਂ ਹੋਈਆਂ ਸੀ। ਸਾਡਾ ਜਿਹੜਾ ਆਪਾਂ ਸਰਦਾਰ ਵੱਲਭ ਭਾਈ ਪਟੇਲ ਦਾ ਗੱਲ ਕਰੀਏ ਤਾਂ ਉਹਨਾਂ ਦਾ ਮੇਨ ਮੋਟਿਵ ਆਈ ਸੀ ਕਿ ਸਾਰਿਆਂ ਨੂੰ ਯੂਨਾਈਟ ਕਰਨਾ, ਕਿਉਂਕਿ ਜਦੋਂ ਤੱਕ ਅਗਰ ਪੰਜਾਬ ਵੀ ਦੇਖੀਏ ਆਪਾਂ, ਜਦੋਂ ਆਪਾਂ ਮਿਸਲਾਂ ਦੇ ਵਿੱਚ ਰਿਹਾ ਸੀ ਤੇ ਪੰਜਾਬ 'ਚ ਸਾਰਿਆਂ ਨੇ ਆ ਕੇ ਲੁੱਟ ਖੋਹ ਕੀਤੀ ਆ। ਜਦੋਂ ਪੰਜਾਬ ਇੱਕ ਯੂਨਾਈਟ ਹੋਇਆ, ਯੂਨਾਈਟਿਡ ਪਾਵਰ ਬਣਿਆ, ਦੈਨ ਉਸਨੂੰ ਕਿਸੇ ਨੇ ਮਤਲਬ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਦਾਂ ਹੀ ਇੰਡੀਆ ਦਾ ਵੀ ਇੱਕ ਵਿਜ਼ਨ ਸੀ ਕਿ ਉਹਨੂੰ ਇੱਕ ਮੁੱਠੀ 'ਚ ਬਣਾ ਕੇ ਰੱਖਣਾ ਤਾਂ ਕਿ ਕੋਈ ਵੀ ਬਾਹਰਲੀਆਂ ਫੋਰਸਿਸ ਤਾਕਤਾਂ ਆ ਕੇ ਉਹਨੂੰ ਜੈਪਰਡਾਈਜ਼ ਨਾ ਕਰ ਸਕੇ, ਉਹਨਾਂ ਨੂੰ ਦਬਾ ਨਾ ਸਕਣ। ਬਟ ਇਹ ਚੀਜ਼ ਕੋਈ ਸਮਝਣਾ ਨਹੀਂ ਚਾਹੁੰਦਾ। ਆਈ ਥਿੰਕ ਇਹ ਤੁਹਾਡਾ ਵਿਚਾਰ ਬਹੁਤ ਵਧੀਆ ਵਿਕਰਮ, ਪਰ ਮੈਂ ਇਹਨੂੰ ਇੱਕੋ ਲਾਈਨ 'ਚ ਸਮ ਅਪ ਕਰਾਂਗੀ ਕਿ ਅਗਰ ਤਾਂ ਭਗਤ ਸਿੰਘ ਦੀ ਗੱਲ ਕਰਨੀ ਆ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਗੱਲ ਕਰਨੀ ਆ, ਤਾਂ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣੇ ਧਰਮ, ਜਾਤਾਂ ਔਰ ਆਪਣੀ ਐਥਨੀਸਿਟੀ, ਆਪਾਂ ਕਿਸ ਏਰੀਆ ਨੂੰ ਬਿਲੋਂਗ ਕਰਦੇ ਹਾਂ, ਪਿੱਛੇ ਰੱਖਣਾ ਪਏਗਾ। ਭਗਤ ਸਿੰਘ ਜੀ ਇੱਕ ਇੰਟਰਨੈਸ਼ਨਲ ਸਕੂਲ ਸੀਗੇ, ਉਹਨਾਂ ਦੇ ਨੌਲੇਜ ਇੰਨੀ ਸੀ ਉਹਨਾਂ ਦੀ, ਉਹ ਇੱਕ ਬਹੁਤ ਵੱਡੇ ਵਿਦਵਾਨ ਸੀ, ਬਹੁਤ ਵੱਡਾ ਫਲਸਫਾ ਸੀ ਉਹਨਾਂ ਦਾ ਜੋ ਆਪਣੀ ਬੁੱਧੀ ਤੋਂ ਪਾਰ ਹੈ। ਪਰ ਜੇਕਰ ਆਪਾਂ ਉਹਨਾਂ ਨੂੰ ਸਮਝਣਾ ਹੋਵੇ ਤਾਂ ਆਪਾਂ ਨੂੰ ਆਪਣਾ ਧਰਮ,
ਔਰ ਆਪਣੀਆਂ ਜਾਤਾਂ ਪਾਤਾਂ ਜੋ ਵੀ ਚੱਲਦਾ ਸਿਸਟਮ ਆ ਇਹਨੂੰ ਪਿੱਛੇ ਰੱਖਣਾ ਪਏਗਾ। ਆਪਾਂ ਨੂੰ ਸਿਰਫ ਇਨਸਾਨ ਬਣ ਕੇ ਉਹਨਾਂ ਦੀ ਆਈਡੀਓਲੋਜੀ ਨੂੰ ਔਰ ਉਹਨਾਂ ਦੇ ਕੰਮਾਂ ਨੂੰ ਸਮਝਣਾ ਪਏਗਾ। ਜਿਸ ਤਰ੍ਹਾਂ ਹੁਣ ਭਗਤ ਸਿੰਘ ਦੀ ਆਪਾਂ ਗੱਲ ਕਰੀਏ, ਭਗਤ ਸਿੰਘ ਨੂੰ ਜਿਹੜੇ ਸਪੋਰਟ ਕਰਦੇ ਆ ਉਹ ਵੀ ਥੋੜਾ ਜਿਹਾ ਨਾ ਉਹਨਾਂ ਨੂੰ ਮਿਸਇੰਟਰਪ੍ਰੀਟ ਕਰਦੇ ਆ। ਜਿਸ ਤਰ੍ਹਾਂ ਆਪਾਂ ਨਾਰਮਲੀ ਦੇਖਦੇ ਆ ਕਾਰਾਂ ਦੇ ਪਿੱਛੇ ਲਿਖਿਆ ਹੁੰਦਾ ਕਿ ਲੱਗਦਾ ਮੁੜ ਕੇ ਆਉਣਾ ਹੀ ਪਊਗਾ। ਲਾਈਕ ਇਹ ਉਹਨਾਂ ਦੀ ਖੁਦ ਦੀ ਆਈਡੀਓਲੋਜੀ ਦੇ ਅਗੇਂਸਟ ਆ। ਭਗਤ ਸਿੰਘ ਐਥੀਸਟ ਸੀ, ਉਹ ਨਾਸਤਿਕ ਸੀ। ਉਹਨਾਂ ਦੀ ਵਿਚਾਰਧਾਰਾ ਕਿਸੇ ਰੱਬ ਨੂੰ ਮੰਨਣ ਦੀ ਨਹੀਂ ਸੀ, ਨਾ ਕਿਸੇ ਜਾਤ ਪਾਤ 'ਚ ਮੰਨਦੇ ਸੀ ਉਹ, ਠੀਕ ਆ। ਤੇ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵਾ ਕਿ ਮੈਂ ਇਸ ਜਨਮ ਮਰਨ ਦੇ ਚੱਕਰਾਂ 'ਚੋਂ ਮੈਨੂੰ ਪਤਾ ਕਿ ਅੱਜ ਜਦੋਂ ਮੇਰੀ ਮੌਤ ਹੋਣੀ ਆ ਉਸ ਤੋਂ ਬਾਅਦ ਮੇਰਾ ਜਨਮ ਨਹੀਂ ਹੋਣਾ। ਤੇ ਜਦੋਂ ਲੋਕ ਲਿਖ ਕੇ ਲਗਾ ਦਿੰਦੇ ਨੇ ਥੱਲੇ ਕਿ ਲੱਗਦਾ ਫੇਰ ਮੁੜ ਕੇ ਆਉਣਾ ਪਊਗਾ, ਲਾਈਕ ਤੁਸੀਂ ਖੁਦ ਭਗਤ ਸਿੰਘ ਦੀ ਫੋਟੋ ਲਗਾ ਕੇ ਥੱਲੇ ਉਹਨਾਂ ਦੀ ਆਈਡੀਓਲੋਜੀ ਦੀ ਆਪੋਜ਼ਿਟ ਲਿਖਣ ਦੀਆਂ ਲੈਣਾ ਕਿ ਲਾਈਕ ਭਗਤ ਸਿੰਘ ਵੀ ਸੋਚ ਰਹੇ ਨੇ ਕਿ ਯਾਰ ਥੱਲੇ ਮੇਰੇ ਕੀ ਲਿਖਦਾ ਦਿੱਤਾ, ਤੁਸੀਂ ਕਿਹੜੀ ਲਾਈਨ ਲਿਖ ਦਿੱਤੀ ਆ। ਵਿਕਰਮ ਜੀ, ਅੱਜ ਦੇ ਸਮੇਂ 'ਚ ਭਗਤ ਸਿੰਘ ਜਿੰਦਾ ਹੁੰਦਾ ਤਾਂ ਤੁਹਾਨੂੰ ਲੱਗਦਾ ਸਟੇਟ ਉਹਨੂੰ ਬਰਦਾਸ਼ਤ ਕਰਦੀ? ਤਾਂ ਸਟੇਟ ਦੀ ਗੋਲੀ ਨਾਲ ਮਾਰਿਆ ਜਾਂਦਾ ਜਾਂ ਉਹ ਕਿਸੇ ਜੇਲ੍ਹ 'ਚ ਡੱਕਿਆ ਹੁੰਦਾ। ਇਹਨਾਂ ਨੇ ਇੱਕ ਛੋਟਾ ਜਿਹਾ ਟਵੀਟ ਕਰਨ ਤੇ ਤਾਂ ਸਾਡੀ ਸਟੇਟ ਸਾਨੂੰ ਅਰੈਸਟ ਕਰ ਲੈਂਦੀ ਆ, ਸੈਡੀਸ਼ਨ ਲਾ ਦਿੰਦੀ ਆ, ਪਤਾ ਨਹੀਂ ਕੀ ਕੁਛ, ਬਲਾਸਫੇਮੀ ਲੱਗ ਜਾਣੀ ਸੀ। ਮੈਂ ਤੇ ਕਹਿੰਦਾ 295 ਦੇ ਪਰਚੇ ਰੋਜ਼ ਹੋਇਆ ਕਰਨੇ ਸੀ। ਉਹ ਜਿਸ ਤਰ੍ਹਾਂ ਗੱਲ ਕਰਦੇ ਸੀ ਕਿ ਮੈਂ ਰੱਬ ਤੇ ਬਿਲੀਵ ਹੀ ਨਹੀਂ ਕਰਦਾ, ਉਹ ਜਿਸ ਤਰ੍ਹਾਂ ਬਿਲੀਵ ਕਰਦੇ ਸੀ ਕਿ ਰਿਵੈਂਜ ਜਿਹੜਾ ਹੈਗਾ ਨਾ ਉਹ ਆਊਟਡੇਟਡ ਹੈਗਾ, ਕਿ ਰਿਵੈਂਜ ਲੈਣਾ ਇਜ਼ ਨਾਟ ਅ ਸੋਲੂਸ਼ਨ। ਉਹ ਬਿਲੀਵ ਕਰਦੇ ਸੀ ਕਿ ਇਸ ਨੂੰ ਮੈਂ ਜੋੜਾਂਗਾ ਕਿ ਕਿਸ ਤਰ੍ਹਾਂ ਉਹ ਇਰਰਿਲੀਜੀਅਸ ਪਰਸਨ ਬਣ ਗਏ, ਕਿ ਉਹ ਨਾਸਤਿਕ ਬਣੇ। ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਹੈਗਾ ਨਾ ਰਿਵੈਂਜ ਲੈਣਾ ਉਹ ਇੱਕ ਚੰਗੀ ਚੀਜ਼ ਨਹੀਂ ਹੈਗੀ, ਇੱਕ ਆਊਟਡੇਟਡ ਚੀਜ਼ ਆ, ਪੁਰਾਣੇ ਜ਼ਮਾਨੇ 'ਚ ਹੁੰਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਬੰਦੇ ਨੂੰ ਰੀਫਾਰਮ ਹੋਣਾ ਚਾਹੀਦਾ ਵਾ। ਲਾਈਕ ਇਨ ਦਾ ਸੈਂਸ ਅਗਰ ਮੈਂ ਐਗਜ਼ਾਮਪਲ ਦੇਣਾ, ਕਹਿੰਦੇ ਕਿ ਜਿਸ ਤਰ੍ਹਾਂ ਰੱਬ ਆਪਾਂ ਨਾਰਮਲੀ ਆਪਾਂ ਜੋ ਵਿਚਰਦੇ ਹਾਂ ਲੋਕਾਂ ਦੇ ਨਾਲ, ਅਗਰ ਸਾਡਾ ਮਾੜਾ ਮਤਲਬ ਵਿਚਰਦੇ ਆਪਾਂ ਲੋਕਾਂ ਦੇ ਨਾਲ, ਇੱਕ ਸਾਡਾ ਮਾੜਾ ਬਿਹੇਵੀਅਰ ਹੁੰਦਾ ਲੋਕਾਂ ਦੇ ਨਾਲ, ਤੇ ਸਾਨੂੰ ਕਰਮਾਂ ਦੇ ਹਿਸਾਬ ਨਾਲ ਨੈਕਸਟ ਜਨਮ ਦੇ ਵਿੱਚ ਬਹੁਤ ਬੁਰੀ ਲਾਈਫ ਮਿਲੇਗੀ। ਕਹਿੰਦਾ ਫਿਰ ਅਗਰ ਰੱਬ ਹੁੰਦਾ ਤੇ ਰੱਬ ਆਪਣੇ ਬੱਚਿਆਂ ਨੂੰ ਪਨਿਸ਼ਮੈਂਟ ਦਿੰਦਾ, ਰੱਬ ਦੇ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਰੀਫਾਰਮ ਕਰੇ ਨਾ। ਤੇ ਇਹੀ ਚੀਜ਼ ਉਹਨਾਂ ਨੇ ਕਹੀ ਕਿ ਰਿਫਾਰਮੇਟਿਵ ਹੋਣਾ ਚਾਹੀਦਾ। ਇਸੇ ਕਰਕੇ ਉਹ ਰੱਬ ਦੇ ਵਿੱਚ ਬਿਲੀਵ ਨਹੀਂ ਕਰਦੇ ਸੀ ਕਿ ਰੱਬ ਵਰਗੀ ਕੋਈ ਚੀਜ਼ ਨਹੀਂ ਗਈ, ਕਿਉਂਕਿ ਅਗਰ ਰੱਬ ਹੁੰਦਾ ਤੇ ਰਿਫਾਰਮ ਹੋਣੇ ਸੀ। ਇਸੇ ਕਰਕੇ ਮੈਂ ਬਿਲੀਵ ਨਹੀਂ ਕਰਦਾ। ਸੋ ਇਹ ਉਹਨਾਂ ਦੀ ਆਈਡੀਓਲੋਜੀ ਆ, ਬਾਕੀ ਮੇਰੀ ਕੁਝ ਡਿਫਰੈਂਟ ਆ ਇਸ ਚੀਜ਼ 'ਚ। ਮੈਂ ਤੇ ਉਹਨਾਂ ਦਾ ਥੋੜਾ ਕਲੈਸ਼ ਹੋ ਜਾਂਦਾ, ਬਾਕੀ ਆਪਣਾ ਸੋਚ ਆ। ਮੈਂ ਓਪਨ ਟੂ ਹੈਗਾ ਕਿ ਸਾਰਿਆਂ ਦੀ ਸੁਣਨੀ ਚਾਹੀਦੀ ਹੈ। ਬਾਕੀ ਬਿਲਕੁਲ ਬਸ ਇਸੇ ਚੀਜ਼ ਨੂੰ ਕੋਈ ਵੀ ਅਗਰ ਭਗਤ ਸਿੰਘ ਨੂੰ ਪੜ੍ਹੇ ਤਾਂ ਇਸ ਚੀਜ਼ ਨੂੰ ਐਮਫੇਸਾਈਜ਼ ਕਰਨਾ ਚਾਹੀਦਾ ਕਿ ਆਪਣਾ ਧਰਮ ਪਿੱਛੇ ਰੱਖੇ ਔਰ ਆਪਣਾ ਮਜ਼ਹਬ ਜੋ ਵੀ ਆਪਣੀਆਂ ਜਾਤਾਂ ਨੇ ਉਹਨਾਂ ਨੂੰ ਪਿੱਛੇ ਰੱਖ ਕੇ। ਭਗਤ ਸਿੰਘ ਇਕੱਲੇ ਪੰਜਾਬ ਦੇ ਨਹੀਂ ਸੀ ਵਿਕਰਮ, ਉਹ ਪੂਰੀ ਦੁਨੀਆ ਨੂੰ ਇੱਕ ਕਰਕੇ ਦੇਖਦੇ ਸੀ। ਉਹਨਾਂ ਨੇ ਜਿੱਡੇ ਵੱਡੇ ਇੰਟਰਨੈਸ਼ਨਲ ਆਥਰਸ ਪੜ੍ਹੇ ਆ, ਸਕਾਲਰਸ ਪੜ੍ਹੇ ਆ, ਵਿਦਵਾਨ ਪੜ੍ਹੇ ਆ, ਮੈਨੂੰ ਨਹੀਂ ਲੱਗਦਾ ਆਪਾਂ ਲਾਈਫ ਟਾਈਮ 'ਚ ਵੀ ਕਦੀ ਪੜ੍ਹ ਸਕਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਹੀ ਜਿਹੜੀ ਇੰਟਰਨੈਸ਼ਨਲਿਜ਼ਮ ਦੇ ਵਿੱਚ ਵਾਸੂਦੇਵ ਕੁਟੁੰਬਕਮ ਦੀ ਗੱਲ ਕੀਤੀ ਆ ਕਿ ਸਾਰਾ ਹੀ ਜਿਹੜੀ ਦੁਨੀਆ ਵਾ ਉਹ ਸਾਡੇ ਭੈਣ ਭਰਾ ਵਾ, ਸਾਡਾ ਹੀ ਇੱਕ ਪਰਿਵਾਰ ਆ। ਸੋ ਉਹਨਾਂ ਦੀ ਬਿਲੀਫ ਜਿਹੜਾ ਸਿਸਟਮ ਸੀ ਵਾਸੂਦੇਵ ਕੁਟੁੰਬਕਮ ਵਰਗਾ ਸੀ। ਤੋ ਆਪਾਂ ਇਸ ਨੂੰ ਸਿਰਫ ਪੰਥਕ ਤੇ ਰਾਜਨੀਤਿਕ ਤੌਰ ਤੇ ਲੈ ਕੇ ਆ ਗਏ ਆ ਕਿ ਸਿਰਫ ਸਾਡਾ ਆਪਣਾ ਫਾਇਦਾ ਹੋ ਸਕੇ। ਹੁਣ ਆਪਾਂ ਗੱਲ ਕਰਦੇ ਨੇ, ਵੈਸੇ ਕਈ ਜਣੇ ਇਹੀ ਹੈਗੇ ਆ ਜਿਹੜੇ ਭਗਤ ਕਹਿ ਦਿੰਦਾ ਮੈਂ, ਸੌਰੀ ਪਤਾ ਨਹੀਂ ਕਿੱਦਾਂ ਲੱਗਾ ਲੋਕਾਂ ਨੂੰ ਲੱਗੇ, ਕਿ ਜਿਹੜੇ ਇਹੀ ਲੋਕ ਆ ਕਹਿ ਦਿੰਦੇ ਕਿ ਜਿਹੜੇ ਸਾਡੇ ਸ਼ਹੀਦ ਆ ਉਹ ਊਧਮ ਸਿੰਘ ਹੋਣੀ ਆ। ਤੇ ਬੰਦਾ ਪੁੱਛੇ ਕਿ ਊਧਮ ਸਿੰਘ ਤੇ ਖੁਦ ਆਈਡੀਅਲਾਈਜ਼ ਕਰਦੇ ਸੀ ਭਗਤ ਸਿੰਘ ਨੂੰ, ਫਿਰ ਤੁਸੀਂ ਮਤਲਬ ਆਪਣੇ ਹੀ ਸ਼ਹੀਦ ਦਾ ਅਪਮਾਨ ਕਰ ਰਹੇ ਜੇ। ਅਗਰ ਤੁਹਾਨੂੰ ਊਧਮ ਸਿੰਘ ਨੂੰ ਤੁਸੀਂ ਸ਼ਹੀਦ ਮੰਨ ਰਹੇ ਜੇ ਤੇ ਸ਼ਹੀਦ ਊਧਮ ਸਿੰਘ ਵੀ ਭਗਤ ਸਿੰਘ ਨੂੰ ਆਈਡੀਅਲਾਈਜ਼ ਕਰਦੇ ਸੀ। ਫਿਰ ਉਸ ਦੇ ਬਾਰੇ ਕੀ ਆ? ਨਾਲੇ ਇੱਥੇ ਇੱਕ ਹੋਰ ਮੈਨੂੰ ਹਿਪੋਕ੍ਰੇਸੀ ਲੱਗਦੀ ਆ। ਮੈਂ ਪਤਾ ਨਹੀਂ ਇਸ ਤੋਂ ਬਾਅਦ ਕਿੰਨਾ ਕੰਟਰੋਵਰਸ਼ੀਅਲ ਹੋ ਜਾਏਗਾ ਕਹਿਣਾ। ਲੋਕੀ ਕਹਿ ਦਿੰਦੇ ਆ ਕਿ ਭਗਤ ਸਿੰਘ ਨੇ ਇੱਕ ਨਿਰਦੋਸ਼ ਨੂੰ ਮਾਰਿਆ ਸੀ, ਸੌਂਡਰਸ ਨੂੰ ਮਾਰਿਆ ਸੀ, ਹੈਨਾ। ਚਲੋ ਮੰਨ ਲਿਆ ਕਿ ਮਾਰਿਆ ਸੀ, ਮਿਸਟੇਕਨ ਆਇਡੈਂਟੀਟੀ ਕਰਕੇ ਮਾਰਿਆ, ਠੀਕ ਆ। ਉਹਨਾਂ ਦੀ ਇੰਟੈਂਸ਼ਨ ਸੀ ਉਹਨਾਂ ਨੂੰ ਸੌਂਡਰਸ ਨੂੰ ਮਾਰਨ ਦੀ। ਉਹਨਾਂ ਦਾ ਜਿਹੜਾ ਉਹਨਾਂ ਨੂੰ ਜਿਹੜਾ ਮਾਰਨਾ ਸੀ, ਉਹਨਾਂ ਨੇ ਮਾਰਨਾ ਸੀ ਜੇਮਸ ਸਕੌਟ ਨੂੰ, ਬਟ ਮਿਸਟੇਕਨ ਆਇਡੈਂਟੀਟੀ ਕਰਕੇ ਉਹਨਾਂ ਨੇ ਸੌਂਡਰਸ ਨੂੰ ਮਾਰ ਦਿੱਤਾ। ਬਟ ਅਗਰ ਆਪਾਂ ਗੱਲ ਇੱਥੇ ਕਰੀਏ ਕਿ ਬਲਵਿੰਦਰ ਸਿੰਘ ਜਟਾਣਾ, ਆਪਾਂ ਉਹਨਾਂ ਨੂੰ ਸ਼ਹੀਦ ਮੰਨਦੇ ਆ, ਕੌਮ ਦੇ ਸ਼ਹੀਦ ਮੰਨਦੇ ਆ, ਬਟ ਕੌਮ ਦੇ ਸ਼ਹੀਦ ਜਿਨ੍ਹਾਂ ਨੂੰ ਮੰਨਦੇ ਆ, ਬਲਵਿੰਦਰ ਸਿੰਘ ਜਟਾਣਾ ਨੇ 2 ਨਿਰਦੋਸ਼ ਇੰਜੀਨੀਅਰਾਂ ਨੂੰ ਮਾਰਿਆ ਸੀ। 2 ਨਿਰਦੋਸ਼ ਇੰਜੀਨੀਅਰ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ, ਜਿਨ੍ਹਾਂ ਦਾ ਕੋਈ ਸਟੇਟ ਦੀ ਪੋਲੀਟੀਕਲ ਪਾਰਟੀ ਔਰ ਰਿਲੀਜੀਅਸ ਦੇ ਨਾਲ ਕਿਸੇ ਨਾਲ ਕੋਈ ਅਫੇਅਰ ਨਹੀਂ ਸੀ, ਉਹ ਜਸਟ ਆਪਣੀ ਡਿਊਟੀ ਕਰ ਰਹੇ ਸੀ। ਅਗਰ ਆਪਾਂ ਇਸ ਨੂੰ ਕਹੀਏ, ਕੰਟਰਾਸਟ ਕਰੀਏ, ਤਾਂ ਆਈ ਥਿੰਕ ਫਿਰ ਲੋਕਾਂ ਨੂੰ ਲੱਗੇਗਾ ਬੁਰਾ। ਇਹ ਸਿਮਰਨਜੀਤ ਸਿੰਘ ਮਾਨ ਜੀ ਦੇ ਲਈ ਬੜਾ ਟੁਕਵਾ ਸਵਾਲ ਹੈਗਾ ਆ। ਮੈਨੂੰ ਲੱਗਦਾ ਉਹਨਾਂ ਨੂੰ ਕਈ ਪੱਤਰਕਾਰਾਂ ਨੇ ਪੁੱਛਿਆ ਵੀ ਆ ਕਿ ਜੇ ਤੁਸੀਂ ਭਗਤ ਸਿੰਘ ਜੀ ਨੂੰ ਟੈਰਰਿਸਟ ਕਹਿ ਰਹੇ ਹੋ, ਉਹਨਾਂ ਨੇ ਨਿਰਦੋਸ਼ੀ ਲੋਕਾਂ ਨੂੰ ਮਾਰਿਆ, ਤੁਸੀਂ ਸੰਤ ਪਿੰਡਰਾਂ ਵਾਲਿਆਂ ਨੂੰ ਕਿਉਂ ਨਹੀਂ ਕਹਿੰਦੇ ਹੈਗੇ, ਹਨਾ। ਇਹਦੇ 'ਚ ਦੇਖੋ ਦੋਨਾਂ ਦੇ ਸਰਕਮਸਟੈਂਸਸ ਅਲੱਗ ਸੀ ਵਿਕਰਮ। ਇਹ ਪਿੰਡਰਾਂ ਵਾਲੇ ਆਪਣਾ ਇੱਕ ਸੋਚ ਸੀਗੀ ਉਹਨਾਂ ਦੇ ਅਲੱਗ ਹਾਲਾਤ ਸੀਗੇ, ਉਹਨਾਂ ਦੀ ਇੱਕ ਅਲੱਗ ਲੜਾਈ ਸੀ ਸਟੇਟ ਦੇ ਨਾਲ। ਭਗਤ ਸਿੰਘ ਜੀ ਦੀ ਇੱਕ ਬਹੁਤ ਵੱਡੀ ਇੱਕ ਅਲੱਗ ਲੜਾਈ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਔਰ ਦੇਸ਼ ਨੂੰ ਆਜ਼ਾਦ ਕਰਕੇ ਕਿੱਦਾਂ ਦਾ ਦੇਸ਼ ਹੋਏਗਾ ਉਹ ਸੁਪਨਾ ਬਹੁਤ ਵਧੀਆ ਸੀ ਭਗਤ ਸਿੰਘ ਜੀ ਦਾ। ਸੋ ਇੱਥੇ ਇਹਨਾਂ ਦੋਨਾਂ ਨੂੰ ਪਹਿਲੀ ਗੱਲ ਆਪਾਂ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ। ਦੂਸਰੀ ਗੱਲ, ਯੈਸ, ਆਪਾਂ ਨੂੰ ਕੱਲੇ ਭਗਤ ਸਿੰਘ ਨਹੀਂ, ਕੱਲੇ ਬਲਵਿੰਦਰ ਜਟਾਣਾ ਨਹੀਂ, ਉਸ ਸਮੇਂ ਦੇ ਹਾਲਾਤਾਂ ਨੂੰ ਸਮਝਣਾ ਪਏਗਾ। ਅਗਰ ਤੁਸੀਂ ਬਲਵਿੰਦਰ ਜਟਾਣਾ ਨੂੰ ਬਲਵਿੰਦਰ ਜਟਾਣਾ ਤੇ ਹੀ ਆਪਾਂ ਸਾਰੀ ਗੱਲ ਨੂੰ ਨਾ ਲੈ ਕੇ ਆਈਏ। ਅਗਰ ਆਪਾਂ ਖਾੜਕੂਵਾਦ ਦੀ ਜਿਹੜੀ ਮੂਵਮੈਂਟ ਪੰਜਾਬ ਦੀ ਦੇਖੀਏ ਤਾਂ ਵਿਕਰਮ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸੀ ਜਿਹੜੀ ਆਰਥਿਕ ਤੰਗੀ ਸੀ।
ਖੇਤੀਬਾੜੀ ਮੁਨਾਫੇਯੋਗ ਨਹੀਂ ਸੀ ਰਹੀ, ਆਰਥਿਕ ਤੰਗੀ, ਬੇਰੁਜ਼ਗਾਰੀ, ਹਥਿਆਰਾਂ ਦੀ ਈਜ਼ੀ ਅਵੇਲੇਬਿਲਿਟੀ ਐਂਡ ਰਿਲੀਜੀਅਸ ਫੈਨੇਟਿਸਿਜ਼ਮ, ਇਹ ਚੀਜ਼ਾਂ ਐਗਜ਼ੈਜਰੇਟ ਕੀਤਾ, ਜਿਹੜੇ ਕਰਕੇ ਆਪਣੇ ਹਾਲਾਤ ਵੀ ਉਸ ਸਮੇਂ ਖਰਾਬ ਹੋਏ। ਬਲਵਿੰਦਰ ਸਿੰਘ ਜਟਾਣਾ ਦਾ ਅਗਰ ਆਪਾਂ ਦੇਖੀਏ ਤਾਂ ਉਹ ਵੀ ਭਗਤ ਸਿੰਘ ਜੀ ਵਾਲੀ ਫੇਟ ਉਹਨਾਂ ਦੀ ਹੋਈ ਆ ਵੀ 32 ਸਾਲਾਂ ਬਾਅਦ ਇੱਕ ਉਹਨਾਂ ਦੀ ਯਾਦ ਆਈ ਹੈ, ਉਹਨਾਂ ਦਾ ਪੋਰਟਰੇਟ ਲਗਾਉਣ ਦੀ, ਜਿਹੜੀ ਪੋਰਟਰੇਟ ਲਗਾਉਣ ਦੀ ਐਸਜੀਪੀਸੀ ਵੱਲੋਂ ਗੱਲ ਕੀਤੀ ਗਈ ਹੈ। ਸੋ ਅਗੇਨ ਅਲਟੀਮੇਟਲੀ ਇਟਸ ਦ ਸੇਮ ਕਿ ਪੁਰਾਣੇ ਹੀਰੋਜ਼ ਨੂੰ, ਪੁਰਾਣੇ ਸ਼ਹੀਦਾਂ ਨੂੰ ਉਠਾ ਕੇ ਲੱਭ ਕੇ ਉਹਨਾਂ ਨੂੰ ਵਰਤਣਾ, ਉਹਨਾਂ ਦੇ ਨਾਮ ਤੇ ਆਪਣੀ ਸਿਆਸੀ ਦੁਕਾਨ ਚਲਾਉਣੀ, ਸਿਰਫ ਇਹਨਾਂ ਦਾ ਮਕਸਦ ਆਪਣੇ ਪੋਲੀਟੀਕਲ ਲੀਡਰਸ ਦਾ। ਮੈਂ ਉਹੀ ਗੱਲ ਆ ਨਾ ਕਿ ਆਪਾਂ ਅਗਰ ਦੇਖੀਏ ਤਾਂ ਜਿਹੜਾ ਪੰਜਾਬ ਦਾ ਸਾਡਾ ਯੂਥ ਆ ਉਹ ਪੜ੍ਹਿਆ ਲਿਖਿਆ ਇੰਨਾ ਨਹੀਂ ਹੈਗਾ। ਸਾਡੇ 'ਚ ਆਪਾਂ ਦੇਖ ਲੈਂਦੇ ਹਾਂ ਕਿ ਸਾਡਾ ਬੇਸ਼ੱਕ ਜਿਹੜਾ ਲਿਟਰੇਸੀ ਰੇਟ ਹੈਗਾ ਕਾਫੀ ਠੀਕ ਆ, ਬਟ ਜੋ ਇੱਕ ਇੰਟੈਲੈਕਟ ਲੈਵਲ ਹੋਣਾ ਚਾਹੀਦਾ ਉਹਨਾਂ ਤੇ ਨਹੀਂ ਹੈਗਾ, ਇਹ ਮੈਂ ਮੰਨਦਾ ਪਰਸਨਲੀ। ਅਗਰ ਮੈਂ ਪੜ੍ਹਿਆ ਲਿਖਿਆ ਵੀ ਦੇਖਾਂ ਨਾ, ਮੈਂ ਕਈ ਇਹੋ ਜਿਹੇ ਬੰਦੇ ਹੈਗੇ ਜਿਹੜੇ ਮਾਸਟਰਸ ਡਿਗਰੀ ਗਈ ਉਹਨਾਂ ਕੋਲ, ਬਟ ਜਦੋਂ ਉਹਨਾਂ ਨਾਲ ਇਹੋ ਜਿਹੀ ਗੱਲ ਕਰਾਂ ਨਾ, ਆਈਡੀਓਲੋਜੀਜ਼ ਦੀ ਗੱਲ ਕਰਾਂ, ਕਿਸੇ ਵਿਚਾਰ ਦੀ ਗੱਲ ਕਰਾਂ, ਉਹ ਇਹੋ ਜਿਹਾ ਮਤਲਬ ਬੇਕਾਰ ਦਾ ਮਤਲਬ ਦੇਣਗੇ ਨਾ, ਮਤਲਬ ਤਰਕ ਦੇਣਗੇ ਕਿ ਜਿਹਨੂੰ ਨਾ ਮਤਲਬ ਮੈਨੂੰ ਸੁਣ ਕੇ ਹਾਸਾ ਆਉਂਦਾ ਕਿ ਯਾਰ ਇਹ ਬੰਦਾ ਨਾ ਠੀਕ ਨਹੀਂ ਗਾ, ਰਹਿਣ ਦਿਓ ਇਸ ਨਾਲ। ਮਤਲਬ ਇੰਨਾ ਕੁਛ ਮੈਂ ਗੱਲ ਕੀਤੀ ਨਾ ਤੇ ਇਹਨੇ ਪਤਾ ਨਹੀਂ ਮੈਨੂੰ ਕੀ ਕਰ ਦੇਣਾ, ਕਿ ਮਤਲਬ ਮੈਨੂੰ ਕੋਈ ਰੈਬਲ ਨਾ ਕਰਦੇ ਮੇਰੇ ਅੱਗੇ। ਵਿਕਰਮ ਜੀ, ਆਪਾਂ ਨੂੰ ਨਾ ਆਪਣੇ ਤੁਸੀਂ ਹੋਰ ਦੇਖੋ ਇੱਕ ਵਰਤਾਰਾ, ਇੰਸਟਾਗ੍ਰਾਮ ਵਗੈਰਾ ਆ, ਸਨੈਪਚੈਟ ਆ, ਫੇਸਬੁੱਕ ਆ, ਆਪਣੀ ਯੂਥ ਨੂੰ ਆਦਤ ਪੈ ਗਈ ਆ 30 ਸੈਕਿੰਡ ਦੀ ਰੀਲਸ ਦੇਖਣ ਦੀ। ਅਗਰ ਤੁਸੀਂ ਉਹਨਾਂ ਨੂੰ ਕੋਈ ਵੀ ਨੌਲੇਜ ਨਹੀਂ ਆ, ਤੁਸੀਂ YouTube ਚੈਨਲ ਚਲਾ ਰਹੇ ਹੋ, ਮੈਂ ਆਪ ਚੈਨਲ ਚਲਾ ਰਹੀ ਹਾਂ, ਆਪਣੇ ਲਈ ਵਿਊਜ਼ ਲੈਣੇ ਕਿੰਨੇ ਔਖਾ ਕੰਮ ਹੈ, ਆਪਾਂ ਨੂੰ ਵਿਊਜ਼ ਨਹੀਂ ਆਉਂਦੇ। ਉਹਦਾ ਕਾਰਨ ਕੀ ਹੈ? ਕਿਉਂਕਿ ਆਪਣਾ ਯੂਥ ਕਹਿੰਦਾ ਕਿ ਸਾਨੂੰ 30 ਸੈਕਿੰਡਸ ਦੀ ਰੀਲ ਦੇ ਵਿੱਚ ਸਾਰਾ ਕੁਝ ਭਰ ਕੇ ਦੇ ਦਿਓ, ਇਸ ਤੋਂ ਬਾਅਦ ਸਾਡੇ ਕੋਲ ਟਾਈਮ ਨਹੀਂ ਹੈ, ਵੀ ਹੈਵ ਟੂ ਸਕਰੋਲ ਅਪ। ਜੀ ਆਹੀ ਗੱਲ ਆ। ਵੈਸੇ ਜੋ ਦਾ ਵੈਸੇ ਵੀ ਮੀਡੀਆ ਆ ਗਿਆ, ਜਿਹੜਾ ਆਪਣਾ ਕੋਈ ਇੰਟਰਨੈਟ ਆ ਗਿਆ, ਉਸ ਤੋਂ ਬਾਅਦ ਜਿਹੜਾ ਫੇਕ ਨਿਊਜ਼ ਫੈਲੀ ਆ ਨਾ, ਉਹ ਇਨੋਰਮਸ ਅਮਾਉਂਟ ਦੀ, ਆਪਾਂ ਉਹਨੂੰ ਕੈਲਕੂਲੇਟ ਵੀ ਨਹੀਂ ਕਰ ਸਕਦੇ ਕਿ ਕਿੰਨੀ ਜ਼ਿਆਦਾ ਫੈਲ ਚੁੱਕੀ ਹੋਈ ਆ ਤੇ ਕਿੰਨੀ ਮਤਲਬ ਡੈਪਥ ਤੇ ਜਾ ਰਹੀ ਆ। ਤੇ ਆਈ ਥਿੰਕ ਇਹੀ ਚੀਜ਼ ਆ ਕਿ ਸਾਡਾ, ਮੈਂ ਵੇਖਦਾ ਹੁੰਦਾ ਸੀ 2 ਸਾਲ ਪਹਿਲਾਂ ਨਾ, ਪੰਜਾਬ ਦਾ ਯੂਥ ਬੜਾ ਕਹਿੰਦਾ ਹੁੰਦਾ ਸੀ ਕਿ ਇਹ ਮੋਦੀ ਭਗਤ ਆ, ਇਹ WhatsApp ਯੂਨੀਵਰਸਿਟੀ ਤੋਂ ਪੜ੍ਹਦਾ ਵਾ। ਬਟ ਅੱਜ ਉਹੀ ਯੂਥ ਖੁਦ ਜਦੋਂ ਉਹਨਾਂ ਨੂੰ ਆਪਣੀ ਪੰਥਕ ਰਾਜਨੀਤੀ ਦੇ ਵਿੱਚ ਲੈ ਕੇ ਆਇਆ ਜਾਂਦਾ, ਉਹਨਾਂ ਨੂੰ ਇੱਕ ਭਰਿਆ ਜਾਂਦਾ ਕਿ ਤੁਸੀਂ ਇਹਨੂੰ ਟੈਰਰਿਸਟ ਕਹਿਣਾ ਜਾਂ ਇਹਨੂੰ ਗੱਦਾਰ ਕਹਿਣਾ ਵਾ ਜਾਂ ਇਹਨੂੰ ਭਗਤ ਕਹਿਣਾ ਵਾ, ਉਹ ਚੀਜ਼ ਇੰਨੀ ਜ਼ਿਆਦਾ ਭਰ ਚੁੱਕੀ ਹੋਈ ਹੈ ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਵੀ ਜਿਹੜਾ ਗਿਆਨ ਆ ਰਿਹਾ ਉਹ WhatsApp ਯੂਨੀਵਰਸਿਟੀ ਤੋਂ ਹੀ ਆ ਰਿਹਾ। ਤੁਹਾਨੂੰ ਤੁਸੀਂ ਕੋਈ ਕਿਤਾਬ ਦਾ ਰੈਫਰੈਂਸ ਨਹੀਂ ਦੇ ਸਕਦੇ, ਤੁਸੀਂ ਕੋਈ ਆਪਣਾ ਕੋਟ ਨਹੀਂ ਕਰ ਸਕਦੇ ਕਿ ਪਿਛਲਾ ਕਿ ਇਸ ਬੰਦੇ ਨੇ ਕੀ ਕਿਹਾ ਸੀ, ਇਸ ਬੰਦੇ ਨੇ ਕੀ ਨਹੀਂ ਕਿਹਾ। ਤੁਹਾਡੇ ਕੋਲ ਕੋਈ ਗਿਆਨ ਨਹੀਂ ਗਾ ਇਸ ਚੀਜ਼ ਦਾ, ਜਸਟ ਤੁਹਾਡੇ ਕੋਲ WhatsApp ਮੈਸੇजेस ਆ ਰਹੇ ਨੇ ਜਾਂ ਕੋਈ YouTube ਤੇ ਇਹੋ ਜਿਹੀ ਕੋਈ, ਜਿਸ ਦੇ ਵਿੱਚ ਮੈਂ ਅੱਗੇ ਵੀ ਇੱਕ ਵੀਡੀਓ ਬਣਾਈ ਹੋਈ ਹੈ ਕਿ ਜਿਹਦੇ ਵਿੱਚ ਕੁਝ ਵੀ ਆਵਾ ਤਵਾ ਬੋਲ ਦਿੰਦੇ ਆ ਤੇ ਉਹ ਵਾਇਰਲ ਹੋ ਜਾਂਦੀ ਆ, ਮਿਲੀਅਨ ਵਿਊਜ਼ ਹੁੰਦੇ ਆ, ਤੇ ਬਸ ਤੁਸੀਂ ਉਸੇ ਬੇਸ ਤੇ ਕੁਝ ਵੀ ਆਪਣਾ ਜਜਮੈਂਟ ਦੇ ਦਿੰਦੇ ਜੇ, ਤੇ ਉਸੇ ਬੇਸ ਤੇ ਥ੍ਰੈਟ ਵੀ ਦੇ ਦਿੰਦੇ ਆ। ਈਵਨ ਕਿ ਆਈ ਡੋਂਟ ਨੋ ਕਿ ਪਤਾ ਨਹੀਂ ਇਹੀ ਚੀਜ਼ ਹੋ ਰਹੀ ਹੈ ਕਿ ਥ੍ਰੈਟ ਬੜੇ ਦੇਣ ਲੱਗ ਪੈਂਦੇ ਲੋਕੀ ਕਿ ਹਾਂ ਥ੍ਰੈਟ ਦੇਵੋ ਕਿ ਇਹਨੂੰ, ਕਿ ਇਹਦੀ ਆਵਾਜ਼ ਬੰਦ ਕੀਤੀ ਜਾਵੇ। ਉਧਰ ਇੱਕ ਟਾਈਮ ਤੇ ਜਿਹੜੇ ਸਾਡੇ ਲੀਡਰ ਆ, ਕੋਈ ਵੀ ਲੀਡਰ ਆ, ਕਹਿੰਦੇ ਆ ਕਿ ਫਰੀडम ਆਫ ਸਪੀਚ ਦੀ ਗੱਲ ਆ। ਹੁਣ ਅੱਜ ਵੀ ਮੈਂ ਗੱਲ ਕਰ ਰਿਹਾ ਨਾ, ਆਹ ਵੀਡੀਓ ਬਣਾ ਰਿਹਾ, ਤੇ ਅੱਜ ਮੈਂ ਜਦੋਂ ਪੋਸਟ ਕਰੂੰਗਾ, ਆਈ ਡੋਂਟ ਨੋ ਮੈਨੂੰ ਕਿੰਨੇ ਥ੍ਰੈਟਸ ਆਣ ਤੇ ਮੇਰੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇ। ਐਂਡ ਇਹ ਉਹੀ ਲੋਕ ਨੇ ਜਦੋਂ ਇਹਨਾਂ ਦੀ ਆਵਾਜ਼ ਦੱਬੀ ਜਾਣਗੀ ਨਾ, ਤੇ ਇਹ ਕਹਿਣਗੇ ਕਿ ਫਰੀडम ਆਫ ਸਪੀਚ ਦੀ ਗੱਲ ਹੋਣੀ ਚਾਹੀਦੀ ਆ। ਹੁਣ ਅੱਜ ਜਦੋਂ ਮੇਰੀ ਦੱਬਣ ਦੀ ਕੋਸ਼ਿਸ਼ ਕਰਨਗੇ, ਉਦੋਂ ਫਰੀडम ਆਫ ਸਪੀਚ ਨਹੀਂ ਹੋਊਗੀ, ਉਦੋਂ ਹੋਊਗਾ ਕਿ ਇਹ ਬਲਾਸਫੇਮੀਅਸ ਕੰਟੈਂਟ ਕਰ ਰਿਹਾ ਜਾਂ ਫਿਰ ਕੁਝ ਸੈਡੀਸ਼ਨ ਦਾ ਚਾਰਜ ਲਗਾਇਆ ਜਾਏਗਾ। ਸੋ ਇਹ ਚੀਜ਼ ਨੂੰ ਇੱਕ ਨੈਰੇਟਿਵ ਬਣਾ ਕੇ ਤੋਰਿਆ ਜਾਏਗਾ। ਸੋ ਇਹ ਚੀਜ਼ ਮੈਨੂੰ ਹਿਪੋਕ੍ਰੇਸੀ ਲੱਗਦੀ ਆ, ਆਪਣੇ ਜਨਤਾ ਦੀ ਵੀ ਤੇ ਲੀਡਰਾਂ ਦੀ ਵੀ। ਇਹੀ ਚੀਜ਼ ਦਾ ਤਾਂ ਫਾਇਦਾ ਉਠਾਉਂਦੇ ਆ ਨਾ ਲੀਡਰ, ਜਦੋਂ ਇਦਾਂ ਦੇ ਬਿਆਨ ਦਿੰਦੇ ਆ ਜਿਹੜੇ ਮੂਰਖਤਾ ਨਾਲ ਭਰੇ ਹੋਏ, ਇੱਕ ਸੌੜੀ ਸੋਚ ਚੋਂ ਨਿਕਲੇ ਹੋਏ ਬੇਤੁਕੇ ਬਿਆਨ ਆ। ਇਸ ਸਮੇਂ ਤੇ ਸਿਮਰਜੀਤ ਮਾਨ ਜੀ ਕੋਲ ਵੀ ਪਾਵਰ ਹੈਗੀ ਆ, MP ਹੈਗੇ ਨੇ, ਇੰਨੀ ਉਮਰ ਉਹਨਾਂ ਦੀ ਹੋ ਚੁੱਕੀ ਹੈ, 89 ਤੋਂ ਬਾਅਦ 1989, ਉਸ ਤੋਂ ਬਾਅਦ 90, ਹੁਣ ਉਹਨਾਂ ਨੂੰ ਆ ਕੇ ਪਾਵਰ ਮਿਲੀ ਹੈ। ਇਹਨੂੰ ਇੰਜੋਏ ਕਰਨ, ਇਹਦੇ ਵਿੱਚ ਆਪਣੇ ਦੇਸ਼ ਦੀ ਜਿਹੜੀ ਗੱਲ ਕਰਨੀ ਆ ਉਹ ਜਾ ਕੇ ਆਪਣੀ ਗੱਲ ਕਰਨ, ਲੋਕਾਂ ਦੇ ਵਿੱਚ ਆਪਣੇ ਵਿਚਾਰ ਰੱਖਣ ਕਿ ਨੈਸ਼ਨਲ ਲੈਵਲ ਤੇ ਕੀ ਹੋ ਰਿਹਾ। ਕਿਉਂਕਿ ਸਿਮਰਜੀਤ ਸਿੰਘ ਮਾਨ ਹੈਜ਼ ਦ ਟੈਂਡੈਂਸੀ ਕਿ ਹੀ ਟਾਕਸ, ਕਿ ਉਹ ਗੱਲ ਨੂੰ UN ਨੂੰ ਤੱਕ ਲੈ ਜਾਣਗੇ, ਉਹ ਬਹੁਤ ਵੱਡੀਆਂ ਏਜੰਸੀਆਂ ਕੋਲ ਲੈ ਜਾਣਗੇ, ਇੰਡੀਆ ਪਾਕਿਸਤਾਨ ਦਾ ਟ੍ਰੇਡ ਖੁੱਲਣਾ ਚਾਹੀਦਾ, ਏਦਾਂ ਦੀ ਬਹੁਤ ਵੱਡੀਆਂ ਗੱਲਾਂ ਕਰਦੇ ਨੇ। ਆਮ ਆਦਮੀ ਪਾਰਟੀ ਵੀ ਆਪਣੀ ਸੈਟਲਡ ਆ, ਇੱਕ ਆਪਣਾ ਉਹਨਾਂ ਕੋਲ 92 ਸੀਟਾਂ ਵਾਲੀ ਸਰਕਾਰ ਹੈ, ਪਰ ਇਹ ਜਿਹੜੇ ਟੈਕਟਿਕ ਆ ਨਾ, ਇਹ ਧਿਆਨ ਭੜਕਾਉਣ ਲਈ ਵਰਤੇ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਾਂ ਭੜਕ ਜਾਣਾ, ਆਪਣੇ ਯੂਥ ਨੇ, ਆਪਣੇ ਪੰਜਾਬ ਦੇ ਲੋਕਾਂ ਨੇ ਉਸੇ ਪਾਸੇ ਨੂੰ ਬਹਿ ਤੁਰਨਾ ਆ ਜਿਹੜਾ ਨੈਰੇਟਿਵ ਉਹਨਾਂ ਨੇ ਸਪਰੈਡ ਕਰ ਦਿੱਤਾ। ਹੁਣ ਤੁਸੀਂ ਦੇਖੋ, ਰਾਘਵ ਚੱਡਾ ਦਾ ਅਪਾਇੰਟਮੈਂਟ ਕੀਤੀ ਗਈ, ਉਹਨੂੰ ਐਡਵਾਈਜ਼ਰੀ ਕਮੇਟੀ ਦਾ ਪ੍ਰਧਾਨ ਲਾ ਦਿੱਤਾ ਗਿਆ, ਚੇਅਰਮੈਨ। ਇਹਦਾ ਮਤਲਬ ਇੱਕ ਤਰ੍ਹਾਂ ਨਾਲ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਚੀਫ ਮਿਨਿਸਟਰ ਇੱਕ ਤਰ੍ਹਾਂ ਨਾਲ ਰਾਘਵ ਚੱਡਾ ਹੀ ਹੋਣਗੇ, ਉਹੀ ਸਰਕਾਰ ਚਲਾਉਣਗੇ। ਇਹ ਚੀਜ਼ ਅਗਰ ਕੋਈ ਕਹਿਣਾ ਚਾਹੁੰਦਾ, ਕੋਈ ਸੋਚਦਾ ਹੋਵੇਗਾ ਕਿ ਮੈਂ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਆ, ਏਦਾਂ ਬਿਲਕੁਲ ਨਹੀਂ ਗਾ। ਜਦੋਂ ਮਾਨ ਸਾਹਿਬ ਜਿੱਤੇ ਸੀ, ਮੈਨੂੰ ਖੁਸ਼ੀ ਹੋਈ ਸੀ। ਮੈਨੂੰ ਖੁਸ਼ੀ ਇਸ ਕਰਕੇ ਹੋਈ ਸੀ ਕਿ ਕੋਈ ਪੰਜਾਬ ਦਾ ਇੱਕ ਸਿੱਖ ਵੌਇਸ ਆ ਜੋ ਪਾਰਲੀਮੈਂਟ 'ਚ ਬੈਠ ਕੇ ਸਿੱਖਾਂ ਦੀ ਗੱਲ ਕਰੇਗਾ, ਪੰਜਾਬੀਆਂ ਦੀ ਗੱਲ ਕਰੇਗਾ, ਐਂਡ ਉਸ ਦੇ ਵਿੱਚ ਮੈਨੂੰ ਪ੍ਰਾਊਡ ਹੁੰਦਾ ਵਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਉਹਨਾਂ ਦੀ ਕੁਝ ਆਈਡੀਓਲੋਜੀ ਅਲੱਗ ਹੈਗੀ ਆ, ਕੋਈ ਗੱਲ ਨਹੀਂ, ਬਟ ਐਟਲੀਸਟ ਜਿਹੜੀ ਆਈਡੀਓਲੋਜੀ ਹੈਗੀ ਆ ਉਹਦੇ ਵਿੱਚ ਸਿੱਖ ਤੇ ਆਉਂਦੇ ਆ ਨਾ, ਪੰਜਾਬੀ ਤੇ ਆਉਂਦੇ ਆ, ਤੇ ਜਿਹੜੀ ਗੱਲ ਹੋਏਗੀ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਜਿੱਥੇ ਵੀ ਗੱਲ ਹੋਏਗੀ, ਉਹ ਸਿੱਖਾਂ ਦਾ ਇੱਕ ਪੁਆਇੰਟ ਆਫ ਵਿਊ ਰੱਖਣਗੇ, ਜੋ ਕਿ ਬਹੁਤ ਵਧੀਆ ਗੱਲ ਆ। ਇਹ ਚੀਜ਼ ਹੋਣੀ ਚਾਹੀਦੀ ਆ। ਬਟ ਉਸ ਦੀ ਆੜ ਦੇ ਵਿੱਚ ਤੁਸੀਂ
ਆਪਣੇ ਹੀ ਸ਼ਹੀਦਾਂ ਦਾ ਬਦਨਾਮ ਕਰ ਦੋ ਨਾਮ, ਉਹ ਜਸਟੀਫਾਈ ਨਹੀਂ ਕਰ ਸਕਦੇ ਤੁਸੀਂ ਕਿਸੇ ਚੀਜ਼ ਨਾਲ। ਇਸ ਚੀਜ਼ ਦੇ ਮੈਂ ਟੋਟਲੀ ਅਗੇਂਸਟ ਆ, ਇਹ ਮੇਰਾ ਓਪੀਨੀਅਨ ਆ। ਆਪਾਂ ਨੂੰ ਅੱਜ ਕੱਲ੍ਹ ਡਿਬੇਟ ਕਰਨੀ ਚਾਹੀਦੀ ਹੈ ਕਿ ਪੰਜਾਬ ਦਾ ਜਿਹੜਾ ਯੂਥ ਆ ਉਹ ਕੈਨੇਡਾ ਕਿਉਂ ਜਾ ਰਿਹਾ, ਪੰਜਾਬ ਦੇ ਵਿੱਚ ਡਰੱਗਸ ਦਾ ਕੀ ਸਟੇਟਸ ਹੈਗਾ, ਆਪਾਂ ਨੂੰ ਉਸ ਤੇ ਡਿਬੇਟ ਕਰਨੀ ਚਾਹੀਦੀ ਆ। ਪੰਜਾਬ ਦੇ ਵਿੱਚ ਗਰਾਊਂਡ ਵਾਟਰ ਡਿਪਲੀਸ਼ਨ ਜਿਹੜਾ ਹੋ ਰਿਹਾ ਵਾ, ਕਿੰਨਾ ਪਾਣੀ ਧਰਤੀ ਹੇਠਾਂ ਚੱਲ ਗਿਆ ਵਾ, ਪੰਜਾਬ ਦੇ ਵਿੱਚ ਅਨਵਾਂਟਡ ਜਿਹੜਾ ਝੋਨਾ ਲਗਾਇਆ ਜਾ ਰਿਹਾ ਵਾ ਜਿਸ ਦੀ ਜ਼ਰੂਰਤ ਵੀ ਨਹੀਂ ਆ। ਮੈਂ ਤੁਹਾਨੂੰ ਇੱਕ ਇੱਥੇ ਗੱਲ ਕਰਨਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਪਾਣੀਆਂ ਦੀ ਗੱਲ ਚੱਲਦੀ ਹੈ, ਹੁਣ SYL ਦੀ ਗੱਲ ਚੱਲੀ ਸੀ, ਆਪਾਂ ਇਹਦੇ ਵਿੱਚ ਕਹਿੰਦੇ ਕਿ ਅਸੀਂ ਤੁਪਕਾ ਪਾਣੀ ਨਹੀਂ ਦੇਣਾ, ਤੁਪਕਾ ਨਹੀਂ ਦੇਣਾ, ਬਿਲਕੁਲ। ਹੁਣ ਤੁਹਾਡੀ ਹਿਪੋਕ੍ਰੇਸੀ ਕੀ ਆ, ਤੁਸੀਂ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਚੌਲ ਜਿਹੜੇ ਹੈਗੇ ਅਸੀਂ ਖਾਂਦੇ ਨਹੀਂ ਆ, ਸਾਡੀ ਡਾਈਟ ਦਾ ਪਾਰਟ ਹੀ ਨਹੀਂਗਾ ਚੌਲ। ਅਸੀਂ ਕੀ ਕਰਦੇ ਆ, ਅਸੀਂ ਉਹ ਪਾਣੀ ਦਾ ਝੋਨਾ ਕਰਨੇ ਆ ਤੇ ਉਹ ਚੌਲ ਦੂਜੇ ਸਟੇਟਾਂ ਨੂੰ ਦੇ ਦਿੰਦੇ ਆ। ਇਹਦਾ ਮਤਲਬ ਕਿ ਤੁਸੀਂ ਡਾਇਰੈਕਟਲੀ ਪਾਣੀ ਨਹੀਂ ਦਿੱਤਾ, ਇਨਡਾਇਰੈਕਟਲੀ ਪਾਣੀ ਦੇਤਾ। ਸੋ ਇਹ ਕੀ ਹੋਇਆ, ਇਹ ਹਿਪੋਕ੍ਰੇਸੀ ਨਹੀਂ ਹੋਈ ਸਟੇਟ ਦੀ ਤੇ ਕੀ ਹੋਈ। ਇਸੇ ਕਰਕੇ ਨਾ ਮੇਰੀ ਕਿਸੇ ਕਾਫੀ ਰਿਨਾਊਂਸਡ ਬੰਦਾ ਵਾ ਉਹਦੇ ਨਾਲ ਗੱਲ ਹੋਈ ਸੀ ਜੋ ਕਿ ਗਵਰਨਮੈਂਟ ਦੇ ਵਿੱਚ ਹੀ ਸੀ। ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਸਰ ਅਗਰ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਇਹਦਾ ਪਾਣੀ ਨਹੀਂ ਦੇਣਾ ਚਾਹੁੰਦਾ, ਠੀਕ ਆ, ਆਪਾਂ ਮੰਨਦੇ ਆ ਕਿ ਸਾਡੇ ਸੋਰਸ ਹੈਗੇ, ਰਿਸੋਰਸ ਹੈਗੇ, ਆਪਾਂ ਉਹਨੂੰ ਯੂਜ਼ ਕਰਨਾ ਵਾ, ਫਿਰ ਅਸੀਂ ਇਨਡਾਇਰੈਕਟਲੀ ਪਾਣੀ ਕਿਉਂ ਦੇ ਰਿਹਾ ਤੇ ਪੰਜਾਬ ਆਪਣੀ ਡਾਈਵਰਸਿਫਿਕੇਸ਼ਨ ਕਿਉਂ ਨਹੀਂ ਕਰਦਾ ਐਗਰੀਕਲਚਰ ਦੀ। ਤੇ ਆਈ ਨੋ ਕਿ ਇਹ ਥੋੜੀ ਡਿਫਰੈਂਟ ਵੇ ਦੇ ਵਿੱਚ ਜਾ ਰਹੀ ਹੈ ਟੌਪਿਕ, ਬਟ ਲੈਟ ਮੀ ਡਿਸਕਸ। ਤੋ ਕਿ ਆਪਾਂ ਇਹਨੂੰ ਡਾਈਵਰਸਿਫਾਈ ਕਿਉਂ ਨਹੀਂ ਕਰਦੇ। ਸੋ ਉਹਨਾਂ ਨੇ ਕਿਹਾ ਕਿ ਸਾਡੀ ਸਟੇਟ ਦੀ ਕੋਈ ਮਨਸ਼ਾ ਹੀ ਨਹੀਂ ਹੈਗੀ ਡਾਈਵਰਸਿਫਾਈ ਕਰਨ ਦੀ, ਕਿਉਂਕਿ ਸਾਨੂੰ ਪੈਸਾ ਵਧੀਆ ਕਮਾਇਆ ਜਾ ਰਿਹਾ ਉੱਥੋਂ। ਸੋ ਇਹ ਤੇ ਚੀਜ਼ ਆ ਕਿ ਅਸੀਂ ਕਦੀ ਲਾਲਚ ਦੇ ਬਲ ਤੇ ਆ ਕੇ ਆਪਣੇ ਡਿਸੀਜਨ ਨਹੀਂ ਲੈਣੇ, ਤੇ ਜਾਂ ਫਿਰ ਅਸੀਂ ਪੋਲਿਟਿਕਸ ਕਰਨਾ ਚਾਹੁੰਦੇ ਆ, ਚਾਹੇ ਉਹ ਪੰਥਕ ਹੋਵੇ, ਚਾਹੇ ਉਹ ਕਿਸੇ ਨੂੰ ਬਦਨਾਮ ਕਰਕੇ ਕਰਨਾ ਹੋਵੇ। ਸੋ ਇਹ ਕਦੋਂ ਤੱਕ ਚੱਲੇਗਾ ਤੇ ਸਾਡੇ ਯੂਥ ਨੂੰ ਕਦੋਂ ਤੱਕ ਗੁੰਮਰਾਹ ਕੀਤਾ ਜਾਏਗਾ। ਇਹਦੇ ਲਈ ਇੱਕ ਚੀਜ਼ ਹੈ ਕਿ ਭਗਤ ਸਿੰਘ ਜੀ ਤੇ ਡਿਬੇਟ ਜਿਹੜੀ ਹੈ ਨਾ ਵਿਕਰਮ, ਇਹ ਚੱਲਦੀ ਰਹਿਣੀ ਚਾਹੀਦੀ ਹੈ। ਭਗਤ ਸਿੰਘ ਜੀ ਨੇ ਧਰਮ ਨੂੰ ਪਿੱਛੇ ਰੱਖਿਆ, ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਮੈਂ ਤਾਂ ਐਥੀਸਟ ਹਾਂ। ਆਪਣੇ ਦੇਸ਼ ਦੇ ਵਿੱਚ ਇਸ ਟਾਈਮ ਕੀ ਹੋ ਰਿਹਾ ਹੈ, ਧਰਮ ਦੇ ਨਾਮ ਦੇ ਉੱਤੇ ਜਿਹੜਾ ਇੱਕ ਪਾਗਲਪੰਤੀ ਫੈਲੀ ਹੋਈ ਹੈ, ਗਲੇ ਕੱਟ ਦਿੱਤੇ ਜਾਂਦੇ ਆ, ਜੇਲ੍ਹਾਂ 'ਚ ਪਾ ਦਿੱਤਾ ਜਾਂਦਾ, ਨਮਾਜ਼ ਪੜ੍ਹਨ ਤੋਂ ਰੋਕ ਦਿੱਤਾ ਜਾਂਦਾ, ਬਹੁਤ ਤਰ੍ਹਾਂ ਦੇ ਢੋਂਗ ਕੀਤੇ ਜਾ ਰਹੇ ਆ, JCB ਚਲਾ ਦਿੱਤੀ ਜਾਂਦੀ ਹੈ ਧਰਮਾਂ ਦੇ ਨਾਮ ਤੋਂ। ਇਹ ਘਰ ਪਛਾਣ ਕੇ ਵੀ ਇਹ ਕਿਸ ਧਰਮ ਦੇ ਬੰਦੇ ਦਾ। ਇਸ ਜਗ੍ਹਾ ਤੇ ਇਸ ਟਾਈਮ ਤੇ ਆਪਾਂ ਨੂੰ ਭਗਤ ਸਿੰਘ ਦੀ ਲੋੜ ਆ, ਉਹਦੀ ਉਹ ਐਥੀਸਟ ਸੋਚ ਦੀ ਜ਼ਰੂਰਤ ਹੈ, ਜਿੱਥੇ ਆਪਾਂ ਧਰਮ ਦੀ ਰਾਜਨੀਤੀ ਨਾ ਕਰੀਏ, ਸਿਰਫ ਰਾਜਨੀਤੀ ਨੂੰ ਹੀ ਆਪਣਾ ਧਰਮ ਬਣਾਈਏ। ਸੋ ਆਪਣੇ ਯੂਥ ਦੇ ਲਈ ਭਗਤ ਸਿੰਘ ਨੂੰ ਪੜ੍ਹਨਾ ਸਮਝਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਮੈਂ ਹੁਣ ਵੀ ਉਮੀਦ ਕਰਦੀ ਹਾਂ ਕਿ ਯੂਥ ਆਪਣੀ ਇੰਟਰੀਗਿੰਗਨੈਸ ਦਿਖਾਊਗਾ, ਆਪਣੀ ਇੱਕ ਐਕਸਾਈਟਮੈਂਟ ਦਿਖਾਊਗਾ ਕਿ ਯੈਸ ਉਹ ਦੇ ਵਾਂਟ ਟੂ ਰੀਡ ਐਂਡ ਅੰਡਰਸਟੈਂਡ ਭਗਤ ਸਿੰਘ ਜੀ। ਵੈਸੇ ਵੀ ਸਾਡੇ ਤੇ ਅੱਜ ਕੱਲ੍ਹ ਲੀਡਰ ਵੀ ਕਹਿ ਦਿੰਦੇ ਕਿ ਜਿਹੜੇ ਟੈਰਰਿਸਟ ਆ ਜਾਂ ਫਿਰ ਜਿਹੜੇ ਆਤੰਕ ਮਚਾਉਂਦੇ ਆ ਉਹਨਾਂ ਦੇ ਕੱਪੜਿਆਂ ਤੋਂ ਪਹਿਚਾਨਿਆ ਜਾਂਦਾ ਵਾ, ਜੋ ਕਿ ਬਹੁਤ ਗਲਤ ਗੱਲ ਆ। ਕਿ ਲਾਈਕ ਤੁਸੀਂ ਇੱਕ ਪ੍ਰੈਜੁਡਿਸ ਦੇ ਨਾਲ ਪੂਰੀ ਇੱਕ ਕਮਿਊਨਿਟੀ ਨੂੰ ਪੂਰਾ ਬਦਨਾਮ ਕਰ ਰਹੇ ਹੋ। ਸੋ ਇਹ ਟ੍ਰੈਂਡ ਮੈਂ ਦੇਖ ਰਿਹਾ ਕਿ ਪੰਜਾਬ ਦੀ ਪੋਲਿਟਿਕਸ 'ਚ ਵੀ ਆ ਚੁੱਕਾ ਹੋਇਆ ਵਾ। ਉਹੀ ਜਿਹੜੇ ਇੱਕ ਧਰਮ ਦੀ ਰਾਜਨੀਤੀ ਆ ਜਾਂ ਆਪਣੇ ਕੱਪੜਿਆਂ ਵਾਲੀ ਰਾਜਨੀਤੀ ਆ, ਉਸ ਨੂੰ ਤੁਸੀਂ ਦੂਜਾ ਜਾਮਾ ਪਹਿਨਾ ਕੇ ਤੇ ਆਪਣੇ ਹੀ ਲੋਕਾਂ ਤੇ ਵਰਤ ਰਹੇ ਹੋ। ਤਾਂ ਸਾਡੇ ਲੋਕ ਥੋੜੇ ਜਿਹੇ, ਮੈਨੂੰ ਲੱਗ ਰਿਹਾ ਕਿ ਇੱਥੇ ਨਾ ਕ੍ਰਿਟੀਕਲ ਹੋ ਕੇ ਨਹੀਂ ਸੋਚ ਰਹੇ। ਉਹਨਾਂ ਨੂੰ ਕ੍ਰਿਟੀਕਲ ਹੋ ਕੇ ਸੋਚਣਾ ਚਾਹੀਦਾ ਕਿ ਏਦਾਂ ਨਹੀਂ ਹੋਣਾ ਚਾਹੀਦਾ। ਪੰਜਾਬ ਹਜੇ ਫਿਰ ਵੀ ਬਚਿਆ ਹੋਇਆ ਵਿਕਰਮ ਇਸ ਤੋਂ, ਪਰ ਅਗਰ ਏਦਾਂ ਦੇ ਭਗਤ ਸਿੰਘ ਤੇ ਜਿੱਦਾਂ ਕਮੈਂਟ ਤੋਂ ਬਾਅਦ ਜੋ ਮਾਹੌਲ ਬਣਿਆ, ਇਹਦੇ ਨਾਲ ਜੇਕਰ ਏਦਾਂ ਦੀ ਧੜੇਬਾਜ਼ੀ ਜੀ ਹੁੰਦੀ ਰਹੀ ਤਾਂ ਪੰਜਾਬ 'ਚ ਵੀ ਇਹ ਚੀਜ਼ਾਂ ਬਹੁਤ ਛੇਤੀ ਆ ਜਾਣਗੀਆਂ। ਔਰ ਇਹਦੇ 'ਚ BJP ਦੇ ਵੀ ਪੈਰ ਬਹੁਤ ਈਜ਼ੀਲੀ ਲੱਗ ਜਾਣਗੇ, ਕਿਉਂਕਿ BJP ਲਈ ਸਭ ਤੋਂ ਵੱਡੀ ਜਿਹੜੀ ਗਰਾਊਂਡ ਹੋਣੀ ਚਾਹੀਦੀ, ਉਹ ਪੋਲਰਾਈਜ਼ ਸੋਸਾਇਟੀ ਹੋਣੀ ਚਾਹੀਦੀ ਹੈ। BJP ਦਾ ਮੇਨ ਜਿਹੜਾ ਏਜੰਡਾ ਹੁੰਦਾ ਉਹ ਉਹਦੀ ਪੋਲਿਟਿਕਸ ਹੀ ਪੋਲਰਾਈਜ਼ ਤੇ ਆ। ਉਹਨੂੰ ਜਿੰਨਾ ਪੋਲਰਾਈਜ਼ ਹੋਊਗਾ ਪੰਜਾਬ, ਉਹਨੂੰ ਉਨਾ ਹੀ ਜ਼ਿਆਦਾ ਬੈਨੀਫਿਟ ਹੋਏਗਾ। ਹੁਣ ਮੈਂ ਇੱਥੇ ਗੱਲ ਕਰਦਾ ਇੱਕ, ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਆ, ਆਪਾਂ ਗੱਲ ਕਰ ਦਿੰਦੇ ਹਾਂ ਪੋਲਰਾਈਜ਼ ਕਿੱਦਾਂ ਵਾ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉੱਠਦਾ ਹੋਇਆ ਆ ਰਿਹਾ, ਮੈਂ ਉਸ ਤੇ ਵੀ ਵੀਡੀਓ ਵੀ ਬਣਾ ਰਿਹਾ ਵਾਂ, ਤੇ ਉਹ ਹੈਗਾ ਰਾਈਜ਼ਿੰਗ ਕ੍ਰਿਸਚੈਨਿਟੀ। ਜਿਸ ਨੰਬਰ ਦੇ ਨਾਲ ਆਪਾਂ ਅਗਰ ਸੈਂਸਸ ਦੀ ਗੱਲ ਕਰੀਏ, ਸੈਂਸਸ ਦੇ ਵਿੱਚ 1% ਆ, ਬਟ ਕੁਝ ਰਿਪੋਰਟਸ ਆਈਆਂ ਪੰਜਾਬ ਦੇ ਵਿੱਚ ਇਸ ਵੇਲੇ ਕ੍ਰਿਸਚੀਅਨ ਲੋਕਾਂ ਦੀ ਜਿਹੜੀ ਪੋਪੂਲੇਸ਼ਨ ਉਹ 10% ਹੋ ਚੁੱਕੀ ਹੋਈ ਆ, ਵਿਚ ਇਜ਼ ਇਨੋਰਮਸ। ਲਾਈਕ ਪੰਜਾਬ ਦੇ ਵਿੱਚ ਹੁਣ ਸਿੱਖ ਹੀ ਖੁਦ ਮਾਈਨੋਰਿਟੀ ਬਣਨ ਵੱਲ ਜਾ ਰਹੇ ਆ। ਇਸ ਦੀ ਡਿਬੇਟ ਕੋਈ ਨਹੀਂ ਸਟਾਰਟ ਕਰਨਾ ਚਾਹੁੰਦਾ, ਇਸ ਦੀ ਡਿਬੇਟ ਕੋਈ ਨਹੀਂ ਗੱਲ ਕਰਨਾ ਚਾਹ ਰਿਹਾ, ਕੋਈ ਪੰਜਾਬ ਦੇ ਮੁੱਦਿਆਂ ਤੇ ਰੀਅਲ ਇਸ਼ੂਸ ਤੇ ਗੱਲ ਨਹੀਂ ਕਰਨਾ ਚਾਹ ਰਿਹਾ। ਬਟ ਗੱਲ ਕਰਨੀ ਆ ਅੱਜ ਅਸੀਂ ਇਸ ਜਿਹੜਾ ਸਾਡਾ ਆਈਡਲ ਆ ਇਸ ਨੂੰ ਬਦਨਾਮ ਕਰ ਦਈਏ ਜਾਂ ਆਪਾਂ ਕੁਝ ਹੋਰ ਕਰ ਦਈਏ, ਕਮੈਂਟ ਪਾਸ ਕਰਦੇ। ਆਈ ਥਿੰਕ ਇਹ ਸਾਰੇ ਜਿਹੜੇ ਕਮੈਂਟਸ ਆ ਬੜੇ ਕਲੀਸ਼ੇ ਜਿਹੇ ਹੁੰਦੇ ਆ, ਸਿਰਫ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਮੇਨ ਮੁੱਦਿਆਂ ਤੋਂ ਇਹੋ ਜਿਹੇ ਕਮੈਂਟਾਂ ਦਾ ਸਹਾਰਾ ਲਿਆ ਜਾਂਦਾ, ਹੋਰ ਕੁਝ ਨਹੀਂ। ਮੈਂ ਉਮੀਦ ਕਰਦਾ ਕਿ ਲੋਕ ਇਹਨਾਂ ਚੀਜ਼ਾਂ ਵੱਲੋਂ ਨਿਕਲਣਗੇ ਤੇ ਸੋਚਣਗੇ ਕਿ ਪਹਿਲਾਂ ਆਪਾਂ ਜਿਹੜੇ ਕੋਈ ਵੀ ਪੋਲੀਟੀਕਲ ਲੀਡਰ ਹੈਗਾ ਵਾ ਉਸ ਦੀ ਗੱਲ ਮੰਨਣ ਤੋਂ ਪਹਿਲਾਂ ਉਸ ਦੀ ਜਿਹੜੀ ਸਕਰੂਟਨੀ ਖੁਦ ਆਪਣੇ ਐਂਡ ਤੇ ਕਰ ਲਈਏ ਕਿ ਉਸ ਬੰਦੇ ਨੇ ਉਹ ਗੱਲਾਂ ਕਹੀਆਂ ਵਾ ਜਾਂ ਨਹੀਂ ਕਹੀਆਂ। ਆਪਾਂ ਕਿਸੇ ਦੀ ਵੀ ਆਈਡੀਓਲੋਜੀ ਜਾਂ ਵਿਚਾਰਧਾਰਾ ਨੂੰ ਮੰਨਣ ਤੋਂ ਪਹਿਲਾਂ ਉਹਦੇ ਬਾਰੇ ਦੇਖ ਲਈਏ ਕਿ ਉਹਦਾ ਰਿਜ਼ਲਟ ਹੋਣਾ ਕੀ ਆ, ਐਂਡ ਰਿਜ਼ਲਟ ਕੀ ਆ। ਅੱਜ ਕੱਲ੍ਹ ਸਭ ਕੁਝ ਅਵੇਲੇਬਲ ਹੈ ਇੰਟਰਨੈਟ ਤੇ, ਕਿਤਾਬਾਂ ਪੜ੍ਹਨ ਦੀ ਸਾਡੇ ਯੂਥ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਇੱਕ ਚੀਜ਼ ਕਿ ਇੱਕ ਪੱਖ ਦੀਆਂ ਕਿਤਾਬਾਂ ਨਹੀਂ, ਹਰ ਪੱਖ ਦੀਆਂ ਕਿਤਾਬਾਂ, ਕਿਉਂਕਿ ਅਗਰ ਤੁਸੀਂ ਸੱਚਾਈ ਜਾਣਨੀ ਆ ਤੁਹਾਨੂੰ ਹਰ ਪੱਖ ਦਾ ਹੀ ਵਿਊ ਦੇਖਣਾ ਪਵੇਗਾ। ਤੁਹਾਨੂੰ ਰਾਈਟ ਵਿੰਗ ਦਾ ਵੀ ਦੇਖਣਾ ਪਵੇਗਾ ਤਾਂ ਲੈਫਟ ਵਿੰਗ ਦਾ ਵੀ ਦੇਖਣਾ ਪਵੇਗਾ, ਤਦ ਹੀ ਆਪਾਂ ਜਿਹੜੇ ਹੈਗੇ ਆ ਕਿ ਇੱਕ ਵਿਊ ਪੁਆਇੰਟ ਤੇ ਪਹੁੰਚ ਪਾਵਾਂਗੇ। ਬਟ ਅਗਰ ਯੂਥ ਕਵੇ ਕਿ ਅਗਰ ਮੈਂ ਕਿਤਾਬਾਂ ਪੜ੍ਹਦਾ ਸਿਰਫ ਰਾਈਟ ਵਿੰਗ ਦੀਆਂ ਪੜ੍ਹਨਾ ਜਾਂ ਲੈਫਟ ਵਿੰਗ ਦੀਆਂ ਪੜ੍ਹਨਾ,
ਤੇ ਉਹਦਾ ਸੋਲੂਸ਼ਨ ਨਹੀਂ ਮਿਲਣ ਵਾਲਾ, ਉਹਦਾ ਤੁਸੀਂ ਇੱਕ ਹੋਰ ਮਤਲਬ ਨਾ ਇੱਕ ਡਾਇਲੇਮਾ ਦੇ ਵਿੱਚ ਜਾਣ ਵਾਲੇ ਹੋ ਜਿਸ ਦਾ ਕੋਈ ਸੋਲੂਸ਼ਨ ਨਹੀਂਗਾ। ਸੋ ਇਹ ਤੇ ਮੇਰੀ ਟੇਕ ਹੈਗਾ ਇਸ ਚੀਜ਼ ਤੇ। थैंक यू सो मच विक्रम फॉर हैविंग मी। आई थिंक आपका काफी नाइस कन्वर्सेशन अपनी रही है। रियली एंजॉयड दिस कन्वर्सेशन। ਸੋ ਉਮੀਦ ਆ ਤੁਹਾਨੂੰ ਇਹ ਕਨਵਰਸੇਸ਼ਨ ਪਸੰਦ ਆਊਗੀ ਤੇ ਤੁਹਾਨੂੰ ਮੈਂ ਮਨਵੀਰ ਕੌਰ ਜੀ ਦਾ ਜਿਹੜਾ ਚੈਨਲ ਦਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦਿਆਂਗਾ। ਸੋ ਤੁਸੀਂ ਉਹਨਾਂ ਦਾ ਚੈਨਲ ਜ਼ਰੂਰ ਦੇਖਿਓ, ਕਿਉਂਕਿ ਸਾਨੂੰ ਇਹੋ ਜਿਹੇ ਚੈਨਲਾਂ ਨੂੰ ਪ੍ਰਮੋਟ ਕਰਨ ਦੀ ਵੀ ਜ਼ਿਆਦਾ ਲੋੜ ਆ, ਕਿਉਂਕਿ ਆਪਾਂ ਸਭ ਕੁਝ ਦੇਖਦੇ ਆ ਚੈਨਲਾਂ ਦੇ ਵਿੱਚ ਤੇ ਬਟ ਸਾਨੂੰ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਦੇਖਣ ਦੀ ਲੋੜ ਆ ਤਾਂ ਜੋ ਸਾਡਾ ਜਿਹੜਾ ਯੂਥ ਹੈਗਾ ਉਹ ਐਜੂਕੇਟ ਹੋ ਸਕੇ ਤੇ ਜਿਹੜੀ ਗੱਲਾਂ ਵਾ ਉਹ ਤਰਕ ਦੇ ਨਾਲ ਕਰ ਸਕੇ। ਐਵੇਂ ਹੀ ਨਹੀਂ ਕਿ ਕੋਈ ਵੀ WhatsApp ਮੈਸੇਜ ਤੇ ਆਇਆ ਤੇ ਉਸੇ ਤਰੀਕੇ ਨਾਲ ਗੱਲ ਕਰ ਸਕੇ। ਸੋ ਉਮੀਦ ਆ ਤੁਹਾਨੂੰ ਇਹ ਪੋਡਕਾਸਟ ਪਸੰਦ ਆਇਆ ਹੈਗਾ ਇਹਦਾ, ਤੇ ਅਗਰ ਪਸੰਦ ਆਦਾ ਤਾਂ ਤੁਸੀਂ ਲਾਈਕ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ ਤੇ ਸ਼ੇਅਰ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ। ਬਾਕੀ ਮੈਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਨਹੀਂ ਹੈ, ਮੇਰੀ ਵਿਚਾਰਧਾਰਾ ਮੇਰੀ ਆਪਣੀ ਆ, ਮੇਰੇ ਓਪੀਨੀਅਨਸ ਆ, ਤੁਸੀਂ ਇਹਨਾਂ ਸਹਿਮਤ ਹੋ ਸਕਦੇ ਹੋ, ਨਹੀਂ ਹੋ ਸਕਦੇ ਹੋ, ਤੁਹਾਡੀ ਮਰਜ਼ੀ ਆ। ਸੋ ਇਹ ਸੀ ਅੱਜ ਦਾ ਪੋਡਕਾਸਟ, ਉਮੀਦ ਆ ਤੁਹਾਨੂੰ ਪਸੰਦ ਆਏਗਾ।